ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਗੁਰ ਆਸ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਖਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ। ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਨ ਕੈ ਬੋਲਤ ਭਾਤ ਸਵੇਰਾ। ਪੂਜੀ ਗੰਢ ਨਾਮ ਹੈ ਮੇਰਾ। ਦੂਰ ਦੇਸ਼ ਜੰਗਲ ਹਮ ਰਹੈ। ਗੁਣ ਆਪਣੋ ਤਿਤ ਆਇਓ ਜਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ
10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਗੁਰਤਾ ਗੱਦੀ ਉੱਪਰ ਵਿਰਾਜਮਾਨ ਕਲਯੁਗੀ ਜੀਵਾਂ ਨੂੰ ਤਾਰਨਹਾਰੀ ਗਿਆਨ ਦੇ ਮੁਜੱਸਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੀ ਚਰਨ ਛੋਹ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਨਿਤ ਦੀ ਮਰਿਆਦਾ ਅਨੁਸਾਰ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਸਤਿਗੁਰੂ ਦੀ ਰਹਿਮਤ ਕਰਨ, ਬਖਸ਼ਿਸ਼ ਕਰਨ। ਆਓ ਸਭ ਤੋਂ ਪਹਿਲਾਂ ਇਕਾਗਰਤਾ ਦੇ ਨਾਲ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਉਪਰੰਤ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ ਆਪਸ ਵਿੱਚ ਸੰਗਤ ਸਰਵਣ ਕਰੋਗੇ। ਗੁਰ ਇਤਿਹਾਸ ਦੇ ਵਿੱਚ ਆਪਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਰਵਣ ਕਰਦੇ ਆ ਰਹੇ ਹਾਂ ਤੇ ਪ੍ਰਸੰਗ ਉਹ ਚੱਲ ਰਿਹਾ ਹੈ ਜਦੋਂ ਬਾਬਾ ਬਿਧੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚੋਂ ਵਾਰੋ ਵਾਰੀ ਦੋਵੇਂ ਘੋੜੇ ਕੱਢ ਕੇ ਲਿਆਂਦੇ ਸਨ। ਕਈ ਦਿਨਾਂ ਤੋਂ ਇਹ ਪ੍ਰਸੰਗ ਆਪਾਂ ਸਰਵਣ ਕਰਦੇ ਆ ਰਹੇ ਹਾਂ ਤੇ ਇਹ ਇਤਿਹਾਸ ਆਪਾਂ ਇੱਥੋਂ ਤੱਕ ਸਰਵਣ ਕੀਤਾ ਹੈ ਕਿ ਇੱਕ ਘੋੜਾ ਤਾਂ ਬਾਬਾ ਬਿਧੀ ਚੰਦ ਜੀ ਦਿਲਬਾਗ ਘੋੜਾ ਪਹਿਲਾਂ ਕੱਢ ਕੇ ਘਾਈ ਬਣ ਕੇ ਤੇ ਘੋੜਾ ਲੈ ਕਰਕੇ ਗਏ ਹਨ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਦੂਸਰਾ ਘੋੜਾ ਲੈਣ ਵਾਸਤੇ ਫਿਰ ਇੱਕ ਜੋਤਸ਼ੀ ਦਾ ਭੇਖ ਧਾਰਨ ਕਰਕੇ ਲਾਹੌਰ ਆ ਗਏ ਹਨ। ਬਾਬਾ ਬਿਧੀ ਚੰਦ ਜੀ ਪਹਿਲਾਂ ਲਾਹੌਰ ਇੱਕ ਧਰਮਸ਼ਾਲਾ ਦੇ ਵਿੱਚ ਪਹੁੰਚੇ ਤੇ ਉੱਥੇ ਪਹਿਲਾ ਜਿਹੜਾ ਘੋੜਾ ਸੀਗਾ ਜਿਹਨੂੰ 7 ਦਿਨ ਹੋਏ ਹਨ ਚੋਰੀ ਹੋਏ ਨੂੰ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ, ਉਸ ਘੋੜੇ ਦੀ ਇਤਲਾਹ ਦੇਣ ਵਾਲੇ ਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ। ਗਲੀਆਂ ਦੇ ਵਿੱਚ ਢੰਡੋਰਾ ਇੱਕ ਪੁਰਸ਼ ਪਿੱਟ ਰਿਹਾ ਹੈ ਕਿ ਜਿਹੜਾ ਕੋਈ ਦੱਸ ਪਾਏਗਾ ਤੇ ਬਾਦਸ਼ਾਹ ਉਹਨੂੰ ਮੂੰਹੋਂ ਮੰਗਿਆ ਇਨਾਮ ਦੇਏਗਾ। ਤੇ ਬਾਦਸ਼ਾਹ ਭਾਲ ਦੇ ਵਿੱਚ ਜਿੰਨੇ ਵੀ ਖੋਜੀ, ਜਿੰਨੇ ਵੀ ਜੋਤਸ਼ੀ ਆਏ, ਕਿਸੇ ਦਾ ਅਨੁਮਾਨ ਸਹੀ ਨਹੀਂ ਨਿਕਲਿਆ। ਘੋੜਾ ਜੇ ਲੱਭਿਆ ਨਹੀਂ ਹੈ ਤੇ ਬਾਦਸ਼ਾਹ ਕਹਿ ਰਿਹਾ ਹੈ ਕਿ ਜਿਹੜਾ ਕੋਈ ਦੱਸ ਪਾਏਗਾ ਉਹਨੂੰ ਬਹੁਤ ਵੱਡਾ ਇਨਾਮ ਦੇਵਾਂਗਾ। ਬਾਬਾ ਬਿਧੀ ਚੰਦ ਜੀ ਨੇ ਇਹ ਗੱਲ ਸੁਣੀ ਹੈ ਤੇ ਮਨ ਦੇ ਵਿੱਚ ਕਈ ਵਿਚਾਰੀਆਂ ਤੇ ਫਿਰ ਇਹ ਪੱਕਾ ਨਿਸ਼ਚਾ ਕਰ ਲਿਆ ਹੈ ਕਿ ਬਾਦਸ਼ਾਹ ਨੂੰ ਇੱਕ ਖੋਜੀ ਚਾਹੀਦਾ ਹੈ ਤੇ ਕਿਉਂ ਨਾ ਹੋਰ ਕੋਈ ਤਰੀਕਾ ਹੈ ਨਹੀਂ ਤੇ ਮੈਂ ਖੋਜੀ ਬਣ ਕੇ, ਜੋਤਸ਼ੀ ਬਣ ਕੇ ਕਿਲੇ ਦੇ ਵਿੱਚ ਚਲਿਆ ਜਾਵਾਂ। ਇਸ ਤਰ੍ਹਾਂ ਪ੍ਰਵੇਸ਼ ਕਰਨਾ ਸੌਖਾ ਹੈ, ਹੋਰ ਕਿਸੇ ਢੰਗ ਦੇ ਨਾਲ ਅੰਦਰ ਜਾ ਨਹੀਂ ਸਕਦਾ ਮੈਂ। ਤੇ ਉਸ ਵੇਲੇ ਇੱਕ ਭਾਈ ਬਹੋੜਾ ਜੀ ਗੁਰੂ ਘਰ ਦੇ ਜਿਹੜੇ ਸੇਵਕ ਹਨ ਉਹਦੇ ਘਰ ਦੇ ਵਿੱਚ ਜਾ ਕਰਕੇ ਬਾਬਾ ਬਿਧੀ ਚੰਦ ਜੀ ਨੇ ਗੱਲ ਦੱਸੀ ਤੇ ਉਹਨੂੰ ਆਖਿਆ ਕਿ ਭਾਈ ਇਹ ਜਿਹੜੀ ਗੱਲ ਹੈ ਕੋਲ ਹੀ ਰੱਖਣੀ ਹੈ, ਕਿਸੇ ਦੇ ਕੋਲ ਸਾਂਝੀ ਨਹੀਂ ਕਰਨੀ। ਤੇ ਦੂਸਰਾ, ਇੱਕ ਮੈਨੂੰ ਲਿਬਾਸ ਬਣਾ ਕੇ ਦਿਓ। ਸਾਰਾ ਕੁਝ ਬਾਬਾ ਬਿਧੀ ਚੰਦ ਜੀ ਨੇ ਦੱਸ ਦਿੱਤਾ ਹੈ ਕਿ ਜਿਸ ਤਰ੍ਹਾਂ ਪੂਰਬਲੀ ਰਮਲੀਏ ਜੋਤਸ਼ੀਏ ਜਿਹੋ ਜਿਹਾ ਭੇਸ ਧਾਰਨ ਕਰਦੇ ਹਨ, ਕੱਪੜੇ ਪਾਉਂਦੇ ਹਨ, ਬਾਬਾ ਬਿਧੀ ਚੰਦ ਜੀ ਨੇ ਉਸੇ ਤਰ੍ਹਾਂ ਦੇ ਕੱਪੜੇ ਤਿਆਰ ਕਰਵਾ ਲਏ ਹਨ। ਬਹੁਤ ਚਮਕਦਾਰ 3 ਜਿਹੜੇ ਲਿਬਾਸ ਧਾਰਨ ਕੀਤੇ ਹਨ। ਸਭ ਤੋਂ ਥੱਲੇ ਇੱਕ ਲੰਮਾ ਚੋਲਾ ਜਿਹੜਾ ਪੈਰਾਂ ਤੱਕ,
नीचे तक एक थले गोल आकार का बनया होया चोला पहनिया है। एक उस तो जिहड़ा छोटा है उतले पासे पहन लिया, तो तीसरा जिहड़ा सब तो छोटा एक कपड़ा है उहदा बनया होया छोटा जिहा जिहड़ा चोला है वह सब तो उपर पा लिया है। तो एक ढाल की तरह बड़ी तगड़ी हुई उपरों तिखे जे आकार की एक दस्तार वखरे ढंग की नाल बाबा बिधि चंद जी ने सजाई है। जिस तरह वो लोग ज्योतिषी लोग उस वेले का जिहड़ा पहरावा सीगा उस हिसाब के नाल ते एक सुंदर बाबा बिधि चंद जी ने एक जोड़ा तैयार करवाया है, जुत्ती तैयार करवाई है। तो इस तरह अपने जिहड़े केस हैं वो बाबा बिधि चंद जी ने चंगी तरह चोपड़ के लिशका के ते दाड़े के केसां नूं दो पासियों तो पकड़ के ते तां नूं कन्नां दे कोल बंध लिया है। ते अपनी ठोडी जिहड़ी है वो जरा को नंगी कर लई है, ते अपनियां मुछां नूं वट चाड़ के ऐं घुमा के उपर ला लईआं हन। ते बहुत उस तरीके का लिबास बाबा बिधि चंद जी ने धारण किया है जिस तरह के लोग उस वेले भारत के हिंदुस्तान के जिहड़े पूरबलीए रमलीए लोग जिहड़े इस तरह का भेस धारण करया करते सन। बाबा बिधि चंद जी ने ज्योतिषियों वाला एक लिबास धारण किया है। तो ये लिबास पहन के हाथ दे विच एक संगली है तो एक छड़ी फड़ी हुई है बाबा बिधि चंद जी ने। ते लाहौर के बाज़ारां दे विच दी लंघ के ते जिधर बादशाह का किला है जिस किले दे विच बाबा बिधि चंद जी एक बारी पहला भी घाई बन के आ गए हैं तो उत्थों एक घोड़ा कढ़ के लै गए सन। तो उस किले के दीवार वाले पासे दरवाजे वाले पासे बाबा बिधि चंद जी फिर आ गए हैं। कोई पछाण नहीं सकिया। उत्थे एक कंध के उपर जाके बाबा बिधि चंद जी बैठे हुए हैं। बहुत सारे लोग इकट्ठे हुए कि भाई तू कौन है, किस तरह का लिबास धारण किया होया है। बाबा बिधि चंद जी कहन लगे मैं बहुत तगड़ी विद्या हासिल की है, मैं गुणी हाँ ते मेरे को ज्योतिष विद्या का भंडारा इन्ना वड्डा है कि मेरा जिहड़ा अनुमान है कदे गलत नहीं हुंदा। मैं जिहड़ा भी तुहाडा कदे किसी का घर दे विच नुकसान होया है वो मैं दस सकदा क्यों होया है। तो आउण वाला जिहड़ा समा है वो भी मैं कईयां दा हाथ देख के उहदे मस्तक नूं देख के दस सकदा हाँ। तो इत्थों तक कि जे किसी के घर दे विच कोई चोरी होई होवे जां कोई इस तरह का नुकसान होया होवे वो भी दस सकदा हाँ। तो कुछ लोग जिहड़े बाबा बिधि चंद जी दे दुआले होए ते इस खोजी नूं इस ज्योतिषी नूं पुछदे हन कि साडा आ नुकसान होया सीगा, इहदा की कारण है। तो बाबा बिधि चंद जी किसी नूं कोई गल दस दिंदे हन, हिसाब किताब ला के किसी नूं कोई गल दस दिंदे हन और अगां किवें भला होएगा तो वो कई तरह दीयां गल्लां वक्रियां वक्रियां सारिआं नूं दस रहे हन। तो उस थां ते बैठे हुए सारे लोग बड़े हैरान हन कि एक बड़ा दूर तो तगड़ा जिहड़ा ज्योतिषी है वो आया है जिहदे कोल बहुत वड्डा ज्ञान है। तो बाबा बिधि चंद जी उंगलों ते पोटियां ते अंगूठा रख के ते गिणती मिणती करके ते कई बारी अपनी संगली नूं कई बारी छड़ी नूं छेड़दे हन। तो कई तरह के जिस तरह वो लोग उस वेले पुराने करया करते सन ज्योतिषी उस तरह के करके कुछ भेख ते इस तरह बैठे हुए हैं। उत्थे कुछ लोग इकट्ठे होने सुभाविक ही सन। बहुत लोग इकट्ठे हुए हैं कि भाई नवा ज्योतिषी आया है, चलो पुछते हैं कुछ ना कुछ। इधर जिहड़ा किला है किले दे विचों जिहड़ा किले का दरोगा है उहदा एक दास उहदा एक नौकर उहदे थल्ले काम करन वाला किले दे विचों थल्ले आया है। आके देखदा है कि बाहर बहुत लोग इकट्ठे हुए हैं तो पुछदा है कि भाई ये कौन है। तो उस वेले दे जिहड़े लोग सन उन्होंने दस्सिया है, कहन लगे कि भाई ये अपने इलाके दे विच शहर दे विच बाहरों कोई ज्योतिषी आया है, खोजी आया है, इहदे कोल बहुत वड्डा ज्ञान है तो बहुत तगड़ा गुणी है
ਇਹ ਸਾਰਾ ਕੁਝ ਦੱਸ ਸਕਦਾ ਜੋ ਕਿਸੇ ਦਾ ਨੁਕਸਾਨ ਹੋਇਆ ਹੋਵੇ, ਚੋਰੀ ਹੋਈ ਹੋਵੇ। ਤੇ ਇਹ ਜਦੋਂ ਕੋਲ ਆਇਆ ਤੇ ਕੋਲ ਆ ਕਰਕੇ ਫਿਰ ਆਪਾਂ ਕੱਲ੍ਹ ਦੇ ਇਤਿਹਾਸ ਦੇ ਵਿੱਚ ਸਰਵਣ ਕਰ ਰਹੇ ਸੀ ਕਿ ਇਹਨੇ ਫਿਰ ਆ ਕੇ ਸਾਰੀ ਜਿਹੜੀ ਖਬਰ ਹੈ ਉਹ ਇਸ ਦੇ ਕੋਲੋਂ ਲਈ ਹੈ। ਜਿਹੜਾ ਨਵਾਂ ਖੋਜੀ ਇੱਥੇ ਪਹੁੰਚਿਆ ਹੈ, ਜੋਤਸ਼ੀ, ਜੇਲ੍ਹ ਦਾ ਜਿਹੜਾ ਦਰੋਗਾ, ਉਹਦਾ ਨੌਕਰ, ਉਹਦਾ ਦਾਸ, ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਦੇ ਕੋਲ ਪਹੁੰਚਦਾ ਹੈ ਤੇ ਜਿਸ ਤਰ੍ਹਾਂ ਫਿਰ ਬਚਨ ਵਿਲਾਸ ਕਰਕੇ ਬਾਬਾ ਬਿਧੀ ਚੰਦ ਜੀ ਨੂੰ ਕਿਲ੍ਹੇ ਦੇ ਵਿੱਚ ਤੇ ਬਾਦਸ਼ਾਹ ਦੇ ਕੋਲ ਲੈ ਕੇ ਜਾਂਦਾ ਹੈ, ਉਸ ਵੇਲੇ ਦਾ ਇਤਿਹਾਸ ਆਓ ਭਾਵਨਾ ਸਹਿਤ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਅਦਬ ਸਤਿਕਾਰ ਸਹਿਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨ ਕੈ ਬੋਲਤ ਭਾਤਿ ਸਵੇਰਾ। ਕਹਿਣ ਲੱਗੇ ਕਿ ਉਸ ਵੇਲੇ ਆਣ ਕੇ ਸਾਰਾ ਕੁਝ ਪੁੱਛਿਆ ਹੈ ਉਸ ਦਾਸ ਨੇ, ਨੌਕਰ ਨੇ, ਕਿਲ੍ਹੇ ਦੇ ਵਿੱਚੋਂ ਬਾਹਰ ਆ ਕਰਕੇ। ਕਹਿਣ ਲੱਗੇ ਸੁਣ ਕੇ ਬੋਲਤ ਭਾਤਿ ਸਵੇਰਾ ਕਿ ਹੇ ਭਾਈ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ, ਕੀ ਤੇਰੇ ਪਾਸ ਵਿਦਿਆ ਹੈ। ਖੋਜੀ ਗਣਕ ਨਾਮ ਹੈ ਮੇਰਾ। ਤੇ ਉਸ ਵੇਲੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਕਿ ਲੋਕ ਮੈਨੂੰ ਖੋਜੀ ਆਖਦੇ ਹਨ ਤੇ ਬਹੁਤ ਤਗੜੀਆਂ ਗਿਣਤੀਆਂ ਮਿਣਤੀਆਂ ਹਿਸਾਬ ਕਿਤਾਬ ਮੈਂ ਲਾ ਸਕਦਾ ਹਾਂ। ਤਗੜਾ ਜਿਹੜਾ ਗੁਣ ਹੈ ਉਹ ਮੇਰੇ ਪਾਸ ਹੈ ਤੇ ਖੋਜੀ ਕਹਿ ਕੇ ਲੋਕ ਮੈਨੂੰ ਸੱਦਦੇ ਹਨ। ਦੂਰ ਦੇਸ਼ ਜੰਗਲ ਹਮਰਾ ਹੈ। ਇਹ ਕਹਿਣ ਲੱਗੇ ਇਸ ਸ਼ਹਿਰ ਦੇ ਵਿੱਚ ਆਏ ਨੂੰ ਕੋਈ ਸਮਾਂ ਹੋਇਆ ਹੈ ਤੇ ਬਾਹਰ ਮੈਂ ਅਜੇ ਸ਼ਹਿਰ ਤੋਂ ਬਾਹਰ ਜੰਗਲ ਦੇ ਕੋਲ ਆਪਣਾ ਨਿਵਾਸ ਰੱਖਿਆ ਹੈ। ਗੁਣ ਆਪਣੋ ਦਿਖਰਾਇਓ ਚਾਹੈ। ਤੇ ਪਰ ਮੇਰੇ ਕੋਲ ਬਹੁਤ ਵੱਡਾ ਜਿਹੜਾ ਗੁਣ ਹੈ, ਜੋ ਮੇਰੇ ਕੋਲ ਤਗੜੀ ਵਿਦਿਆ ਹੈ, ਉਹਦਾ ਪ੍ਰਗਟਾ ਮੈਂ ਕਰਨਾ ਚਾਹੁੰਦਾ ਕੋਈ ਵੱਡਾ ਕੰਮ ਕਰਕੇ, ਜਿਹਦੇ ਨਾਲ ਪਤਾ ਲੱਗ ਜਾਵੇ ਮੇਰੀ ਜਿਹੜੀ ਵਿਦਿਆ ਹੈ, ਉਹਦਾ ਪਤਾ ਲੱਗ ਜਾਵੇ ਸਾਰਿਆਂ ਨੂੰ ਕਿ ਮੇਰੇ ਕੋਲ ਕਿੱਡਾ ਤਗੜਾ ਗੁਣ ਹੈ। ਮੈਂ ਕੋਈ ਵੱਡਾ ਕੰਮ ਇੱਥੇ ਦੱਸਣਾ ਚਾਹੁੰਦਾ ਹਾਂ। ਸੁਨ ਕਰ ਦਾਸ ਅਚੰਭੋ ਪਇਓ। ਤੇ ਇਸ ਵੇਲੇ ਫਿਰ ਇਹ ਸਾਰਾ ਕੁਝ ਸੁਣ ਕੇ ਜੇਲ੍ਹ ਦੇ ਦਰੋਗੇ ਦਾ ਜਿਹੜਾ ਨੌਕਰ ਹੈ ਉਹ ਬੜਾ ਹੈਰਾਨ ਹੋਇਆ ਹੈ। ਬੋਲਨ ਬੇਸ ਬੇਸ ਬਪਨਿਓ। ਤੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਬੋਲਣ ਬੇਸ ਬੇਸ ਬਪ ਨਇਓ। ਉਹ ਦੇਖਦਾ ਹੈ ਵਾਰ-ਵਾਰ ਬਾਬਾ ਬਿਧੀ ਚੰਦ ਜੀ ਨੂੰ ਕਿ ਨਵਾਂ ਲਿਬਾਸ ਭੇਸ ਧਾਰਨ ਕੀਤਾ ਹੈ ਤੇ ਬਹੁਤ ਤਗੜਾ ਗੁਣੀ ਗਿਆਨੀ ਵੇਖਣ ਨੂੰ ਲੱਗਦਾ ਹੈ। ਚੰਗੀ ਤਰ੍ਹਾਂ ਵਾਰ-ਵਾਰ ਬਾਬਾ ਬਿਧੀ ਚੰਦ ਜੀ ਨੂੰ ਉਹ ਨੌਕਰ ਦੇਖਦਾ ਹੈ। ਹਜ਼ਰਤ ਕੋ ਇੱਕ ਘੋਰਾ। ਤੇ ਫਿਰ ਥੋੜਾ ਜਿਹਾ ਗੰਭੀਰ ਹੋ ਕੇ ਕਹਿਣ ਲੱਗਾ, ਹੇ ਖੋਜੀ, ਹੇ ਜੋਤਸ਼ੀ, ਇਸ ਥਾਂ ਤੇ ਜਿਹੜਾ ਬਾਦਸ਼ਾਹ ਹੈ, ਸਮੇਂ ਦਾ ਜਿਹੜਾ ਬਾਦਸ਼ਾਹ ਹੈ, ਉਹਦੇ ਘਰ ਦੇ ਵਿੱਚੋਂ ਇੱਕ ਜਿਹੜਾ ਘੋੜਾ ਹੈ, ਕਹਿਣ ਲੱਗੇ ਏਠਾਂ ਹਜ਼ਰਤ ਕੋ ਇੱਕ ਘੋੜਾ। ਬਹੁਤ ਖੂਬਸੂਰਤ ਘੋੜਿਆਂ ਦੀ ਬਾਦਸ਼ਾਹ ਦੇ ਕੋਲ ਕੀਮਤੀ ਘੋੜਿਆਂ ਦੀ ਜੋੜੀ ਸੀ, ਪਰ ਇੱਕ ਘੋੜੇ ਦਾ ਨੁਕਸਾਨ ਹੋਇਆ ਹੈ। ਇੱਕ ਰਾਤ ਪਤਾ ਨਹੀਂ ਕਿੱਧਰੋਂ ਕਿਹੜਾ ਚੋਰ ਆਇਆ ਹੈ ਤੇ ਘੋੜਾ ਚੋਰੀ ਕਰਕੇ ਲੈ ਗਿਆ ਬਾਦਸ਼ਾਹ ਦੇ ਕਿਲ੍ਹੇ ਦੇ ਵਿੱਚੋਂ। ਲੈ ਤਸਕਰ ਗਮਨਿਓ ਕਿਤ ਔਰਾ। ਤੇ ਅਜੇ ਤੱਕ ਕਿਸੇ ਨੂੰ ਕੁਛ ਪਤਾ ਨਹੀਂ ਲੱਗਿਆ ਹੈ। ਤੇ ਅਸੀਂ ਥੱਕ ਗਏ ਹਾਂ। ਵੱਖਰੀਆਂ ਵੱਖਰੀਆਂ ਥਾਵਾਂ ਦੇ ਤੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਦੇ ਨਾਲ ਸੰਬੰਧਿਤ ਕਈ ਲੋਕ ਅਸੀਂ ਸੱਦੇ ਹਨ। ਸਰਬ ਰੀਤ ਕੇ ਗੁਣੀ ਬੁਲਾਏ। ਅਸੀਂ ਖੋਜ ਕਰਨ ਵਾਲੇ ਜਿਹੜੇ ਪੈਰਾਂ ਦੇ ਨਿਸ਼ਾਨਾਂ ਨੂੰ ਦੇਖ ਕੇ ਜਿਨ੍ਹਾਂ ਦੇ ਕੋਲ ਚੰਗਾ ਗਿਆਨ ਹੁੰਦਾ ਹੈ, ਤੇ ਜਾਂ ਜਿਹੜੇ ਜੋਤਸ਼ੀ ਅਨੁਮਾਨ ਤਰੀਕੇ ਦੇ ਨਾਲ, ਜੋਤਿਸ਼ ਵਿਦਿਆ ਦੇ ਨਾਲ ਜਿਨ੍ਹਾਂ ਦੇ ਕੋਲ ਗਿਆਨ ਹੁੰਦਾ ਹੈ, ਕਈ ਤਰੀਕਿਆਂ ਦੇ ਅਨੇਕਾਂ ਲੋਕ ਅਸੀਂ ਕਈ ਦਿਨਾਂ ਤੋਂ ਪਿੱਛੇ ਸੱਦੇ ਹਨ। ਤੇ ਪਰ ਕਿਸੇ ਦੇ ਕੋਲੋਂ ਵੀ ਸਹੀ ਜਿਹੜੀ ਜਗ੍ਹਾ ਹੈ ਜਾਂ ਕਿਸ ਨੇ ਘੋੜਾ ਚਰਾਇਆ ਹੈ, ਇਹ ਅਜੇ ਤੱਕ ਬਾਦਸ਼ਾਹ ਨੂੰ ਤੇ ਸਾਨੂੰ ਕੋਈ ਖਬਰ ਕਿਸੇ ਨੇ ਨਹੀਂ ਦੱਸੀ ਹੈ। ਤੇ ਬਾਦਸ਼ਾਹ ਨੇ ਇਹ ਗੱਲ ਕਹੀ ਹੈ
ਕਿ ਜਿਹੜਾ ਵੀ ਕੋਈ ਪੁਰਸ਼ ਘੋੜਿਆਂ ਦਾ ਸਹੀ ਟਿਕਾਣਾ ਚੰਗੀ ਤਰ੍ਹਾਂ ਜੋ ਦੱਸ ਦਵੇਗਾ ਜਿਸ ਕੋ ਚਾਹਤ ਸ਼ਾਹ ਉਦਾਰ ਤੇ ਬਾਦਸ਼ਾਹ ਨੂੰ ਤੁਰੰਤ ਲੋੜ ਹੈ ਜਿਹਦੇ ਕੋਲ ਚੰਗਾ ਤਗੜਾ ਗਿਆਨ ਹੋਵੇ ਤੇ ਸਹੀ ਚੀਜ਼ ਦੱਸੇ ਘੋੜਾ ਕਿੱਥੇ ਹੈ, ਕਿਸ ਤਰ੍ਹਾਂ ਪ੍ਰਾਪਤ ਹੋਏਗਾ, ਤੇ ਬਾਦਸ਼ਾਹ ਉਹਨੂੰ ਆਪਣੇ ਕੋਲ ਰੱਖੇਗਾ ਤੇ ਖੂਬਸੂਰਤ ਨਾਮ ਦੇ ਕੇ ਨਿਵਾਜੇਗਾ। ਅਸੀਂ ਕਈ ਦਿਨਾਂ ਤੋਂ ਲੱਭ ਰਹੇ ਹਾਂ ਤੇ ਬਾਦਸ਼ਾਹ ਨੂੰ ਇੱਕ ਜੋਤਸ਼ੀ ਦੀ, ਇੱਕ ਖੋਜੀ ਦੀ ਭਾਲ ਹੈ। ਤੋ ਮੈਂ ਜੇ ਗੁਣ ਦੇਹ ਬਤਾਏ ਤੇ ਕਹਿਣ ਲੱਗੇ ਕਿ ਭਾਈ ਤੋ ਮੈਂ ਜੇ ਗੁਣ ਦੇਹੋ ਬਤਾਏ, ਤੇ ਜੇ ਤੇਰੇ ਕੋਲ ਹੈ ਜੋਤਸ਼ੀ ਇਹ ਗੁਣ ਹੈ, ਤੂੰ ਸਹੀ ਸਹੀ ਸਾਰਾ ਕੁਝ ਦੱਸ ਸਕਦਾ ਹੈ ਤੇ ਫਿਰ ਮੇਰੇ ਨਾਲ ਗੱਲ ਕਰ ਤੇ ਮੈਂ ਅੱਗੇ ਜਾ ਕੇ ਗੱਲ ਕਰਾਂ। ਜੇ ਤੂੰ ਸਾਰਾ ਕੁਝ ਮੈਨੂੰ ਚੰਗੀ ਤਰ੍ਹਾਂ ਦੱਸੇਗਾ ਤੇ ਮੇਰੇ ਨਾਲ ਫਿਰ ਗੱਲ ਕਰ, ਮੈਂ ਹੁਣੇ ਹੀ ਬਾਦਸ਼ਾਹ ਦੇ ਕੋਲ ਜਾਂਦਾ ਹਾਂ ਤੇ ਸਾਰੀ ਜਿਹੜੀ ਖਬਰ ਹੈ ਤੇਰੇ ਗਿਆਨ ਬਾਰੇ, ਤੇਰਾ ਜਿਹੜਾ ਗੁਣ ਹੈ ਉਹ ਜਾ ਕੇ ਬਾਦਸ਼ਾਹ ਨੂੰ, ਅਸੀਂ ਬਾਦਸ਼ਾਹ ਦੇ ਨਾਲ ਗੱਲ ਕਰਦੇ ਹਾਂ। ਕਹਿਤ ਭਇਓ ਜੇ ਖੋਜੀ ਬ੍ਰਿੰਦ ਤੇ ਕਹਿਣ ਲੱਗੇ ਕਿ ਹੁਣ ਬਾਬਾ ਵਿਧੀ ਚੰਦ ਜੀ ਅੱਗੋਂ ਬੋਲੇ ਹਨ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਬੜੇ ਖੋਜੀ ਸੱਦੇ ਹਨ ਤੇ ਕਈ ਤਰੀਕੇ ਦੇ ਉਹਨਾਂ ਨੇ ਅਨੁਮਾਨ ਲਾਏ ਹਨ। ਮੈਂ ਮਨ ਜਾਣੋ ਤਿਨ ਮਾਨਿੰਦ ਤੇ ਕਹਿਣ ਲੱਗੇ ਪਰ ਬਾਬਾ ਵਿਧੀ ਚੰਦ ਮੈਨੂੰ ਉਹਨਾਂ ਖੋਜੀਆਂ ਦੇ ਵਾਂਗ, ਉਹਨਾਂ ਜੋਤਸ਼ੀਆਂ ਦੇ ਵਾਂਗ ਮੈਨੂੰ ਨਾ ਸਮਝ। ਕਹਿਣ ਲੱਗੇ ਕਿ ਭਾਈ ਨਹਿ ਮੋਹਿ ਜਾਣੋ ਤਿਨ ਮਲਿੰਦ, ਮੈਂ ਆਮ ਸਧਾਰਨ ਜਿਹਾ ਬੰਦਾ ਨਹੀਂ ਹਾਂ ਕਿ ਜਿਹੜਾ ਅਟੇ ਸਟੇ ਦੱਸੇਗਾ। ਮੈਂ ਤਾਂ ਸਹੀ ਜਿਹੜਾ ਗਿਆਨ ਹੈ, ਮੇਰੇ ਕੋਲ ਵਿਦਿਆ ਹੈ ਤੇ ਸਹੀ ਟਿਕਾਣਾ ਮੈਂ ਤੁਹਾਨੂੰ ਦੱਸਾਂਗਾ। ਮੈਂ ਸੁਗੰਧ ਥਲ ਲੇਤ ਬਤਾਵਾਂ ਤੇ ਮੇਰੇ ਕੋਲ ਤਾਂ ਇੰਨਾ ਤਗੜਾ ਗਿਆਨ ਹੈ, ਜਿਹੜੀ ਵੀ ਚੀਜ਼ ਗਵਾਚੀ ਹੋਵੇ ਮੈਂ ਤਾਂ ਉਸ ਜਗ੍ਹਾ ਤੇ ਜਾ ਕੇ ਉਸ ਜਗ੍ਹਾ ਨੂੰ ਸੁੰਘ ਕੇ ਉਹਨੂੰ ਦੇਖ ਕੇ ਹੀ ਤਰੀਕੇ ਤੇ ਪਤਾ ਲਾ ਲੈਂਦਾ ਕਿ ਕਿਹੜਾ ਬੰਦਾ ਹੋਏਗਾ। ਜੇ ਮੇਰੇ ਕੋਲ ਏਡੀ ਵੱਡੀ ਵਿਦਿਆ ਦਾ, ਗ੍ਰੰਥਾਂ ਦਾ ਗਿਆਨ ਹੈ ਕਿ ਮੈਂ ਉੱਥੇ ਪਹੁੰਚ ਕੇ ਤੇ ਇਹ ਸਾਰਾ ਕੁਝ ਦੱਸ ਸਕਦਾ ਹਾਂ ਕਿ ਕਿੱਥੋਂ ਤੁਹਾਡੀ ਚੀਜ਼ ਲੱਭੇਗੀ। ਬਾਬਾ ਵਿਧੀ ਚੰਦ ਜੀ ਨੇ ਇਸ ਤਰ੍ਹਾਂ ਉੱਤਰ ਦਿੱਤਾ ਹੈ। ਸੁਤ ਪਾਤਾਲ ਗਗਨ ਕੀ ਪਾਵਾਂ ਤੇ ਇੱਥੋਂ ਤੱਕ ਕਿ ਕੋਈ ਚੀਜ਼ ਇਸ ਧਰਤੀ ਤੇ ਛੱਡ ਕੇ ਜੇ ਕਿਤੇ ਕੋਈ ਹੋਰ ਵੀ ਕਿਤੇ ਲੈ ਗਿਆ ਹੋਵੇ, ਪਤਾਲ ਦੇ ਵਿੱਚ, ਆਕਾਸ਼ ਦੇ ਵਿੱਚ ਵੀ ਕੋਈ ਲੈ ਜਾਵੇ ਤੇ ਮੇਰੀ ਦ੍ਰਿਸ਼ਟੀ ਉੱਥੋਂ ਤੱਕ ਵੀ ਪਹੁੰਚਦੀ ਹੈ, ਓਲੇ ਨਹੀਂ ਰਹਿ ਸਕਦੀ। ਕਹਿਣ ਲੱਗੇ ਬਾਬਾ ਵਿਧੀ ਚੰਦ ਜੀ ਕਿ ਮੇਰੀ ਜਿਹੜੀ ਨਿਗਾਹ ਬੜੀ ਦੂਰ ਤੱਕ ਜਾਂਦੀ ਹੈ। ਮੈਂ ਖੋਜਨ ਕਿਆ ਮੋਹਿ ਆਕੇ ਤੇ ਕਹਿਣ ਲੱਗੇ ਜੇ ਧਰਤੀ ਤੇ ਹੀ ਜੇ ਕੋਈ ਤੁਹਾਡੀ ਚੀਜ਼ ਹੋਏਗੀ, ਧਰਤੀ ਤੇ ਹੀ ਇਸ ਸ਼ਹਿਰ ਦੇ ਵਿੱਚ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ, ਉਹ ਤਾਂ ਮੇਰੇ ਵਾਸਤੇ ਵੱਡੀ ਗੱਲ ਜਾਂ ਔਖੀ ਗੱਲ ਨਹੀਂ ਹੈ। ਜਿਉ ਬਤਾਏ ਚੋਰ ਜਿਮ ਲਾਗੇ ਤੇ ਮੈਂ ਇਹ ਦੱਸ ਦਵਾਂਗਾ ਕਿ ਕਿਵੇਂ ਚੋਰ ਲੱਗਿਆ, ਕਿੱਧਰ ਦੀ ਚੋਰ ਆਇਆ ਤੇ ਕਿੱਥੇ ਚੀਜ਼ ਲੈ ਕੇ ਗਿਆ ਹੈ। ਹਜ਼ਰਤ ਕੋ ਜਹ ਪਹੁੰਚਿਓ ਘੋੜਾ ਤੇ ਬਾਦਸ਼ਾਹ ਦਾ ਘੋੜਾ ਕਿੱਥੇ ਹੋਏਗਾ ਇਸ ਟਾਈਮ ਤੇ, ਕਿਸ ਜਗ੍ਹਾ ਤੇ ਪਹੁੰਚ ਗਿਆ ਹੋਏਗਾ, ਇਹ ਮੇਰੀ ਨਿਗਾਹ ਤੋਂ ਓਲੇ ਨਹੀਂ ਰਹਿ ਸਕਦਾ ਹੈ। ਸਭ ਸੁਧ ਕਹੂੰ ਗਇਓ ਜਿਸ ਔਰਾ ਤੇ ਮੈਂ ਇੱਕ ਇੱਕ ਗੱਲ ਸਮਝਾ ਦਵਾਂਗਾ ਆਪਣੀ ਵਿਦਿਆ ਦੇ ਨਾਲ, ਉਸ ਧਰਤੀ ਨੂੰ ਜਾ ਕੇ ਦੇਖ ਕੇ, ਸੁੰਘ ਕੇ ਤੇ ਆਪਣੇ ਗ੍ਰੰਥਾਂ ਦਾ ਹਿਸਾਬ ਕਿਤਾਬ ਲਾ ਕਰਕੇ ਵਿਦਿਆ ਦਾ ਸਭ ਸੁਧ ਕਹੂੰ ਗਇਓ ਜਿਸ ਔਰਾ। ਮੈਂ ਇੱਕ ਇੱਕ ਗੱਲ ਦੱਸਾਂਗਾ ਕਿ ਭਾਈ ਤੁਹਾਡਾ ਘੋੜਾ ਜਿਹੜਾ ਹੈ ਕਿਸ ਇਲਾਕੇ ਦੇ ਰਾਹੀਂ ਕਿੱਥੇ ਪਹੁੰਚਿਆ ਹੈ। ਆਪ ਜਨ ਕਰੋ ਬਤਾਵੋ ਥਾਨ ਤੇ ਜਿੱਥੇ ਇਸ ਵੇਲੇ ਹੋਏਗਾ ਘੋੜਾ ਖੜਾ ਹੋਏਗਾ, ਜਿੱਥੇ ਪਹੁੰਚਿਆ ਹੋਏਗਾ, ਜਿਸ ਵੀ ਇਲਾਕੇ ਦੇ ਵਿੱਚ, ਮੈਂ ਉਸ ਇਲਾਕੇ ਦਾ ਤੁਹਾਨੂੰ ਨਾਮ ਵੀ ਦੱਸਾਂਗਾ। ਜਿਮਲੇ ਗਮਨਿਓ ਕਰੋ ਬਖਾਨ ਤੇ ਜਿਵੇਂ ਜਿਵੇਂ ਘੋੜਾ ਗਿਆ ਹੈ ਜਿੱਥੋਂ ਜਿੱਥੋਂ ਦੀ, ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸਾਂਗਾ। ਬਿਨ ਗੁਣ ਵੇਰੇ ਤਰਕ ਨਾ ਕਰੀਐ ਤੇ ਪਰ ਭਾਈ ਬਿਨਾ ਗੁਣ ਦੇਖੇ ਤੇ ਇਸ ਤਰ੍ਹਾਂ ਹਿਸਾਬ ਕਿਤਾਬ ਨਹੀਂ ਲਾਈਦਾ, ਤਰਕ ਨਹੀਂ ਕਰੀਦਾ, ਸ਼ੰਕਾ ਨਹੀਂ ਕਰੀਦਾ। ਮੇਰੇ ਕੋਲ ਗਿਆਨ ਹੈ ਤੇ ਪਹਿਲਾਂ ਮੇਰਾ ਗਿਆਨ ਦੇਖੋ, ਬਿਨ ਗੁਣ ਹੀਰੇ ਤਰਕ ਨਾ ਕਰਿਓ, ਕੋਈ ਮੇਰੇ ਤੇ ਸ਼ੰਕਾ ਨਹੀਂ ਕਰਨਾ। ਮੇਰਾ ਗੁਣ ਤਾਂ ਇੱਕ ਵਾਰੀ ਪਰਖੋ ਤਾਂ ਸਹੀ, ਮੈਨੂੰ ਲੈ ਕੇ ਤਾਂ ਜਾਵੋ।
ਮੈਂ ਸਾਰਾ ਕੁਝ ਦੱਸਾਂਗਾ। ਬੜੇ ਬੜੇ ਨਰ ਜਗਤ ਵਿਚਰੀਐ, ਸੰਸਾਰ ਦੇ ਵਿੱਚ ਬਹੁਤ ਤਗੜੀ ਤਗੜੀ ਵਿਦਿਆ ਵਾਲੇ ਤੇ ਚੰਗੇ ਚੰਗੇ ਉਸਤਾਦਾਂ ਦੇ, ਗੁਰੂਆਂ ਦੇ ਚੰਡੇ ਹੋਏ ਬਹੁਤ ਚੰਗੇ ਜੋਤਸ਼ੀ ਗੁਣੀ ਗਿਆਨੀ ਵੀ ਬਹੁਤ ਹਨ, ਜਿਨ੍ਹਾਂ ਦੇ ਕੋਲ ਚੰਗਾ ਗਿਆਨ ਹੈ, ਜਿਨ੍ਹਾਂ ਦਾ ਅਨੁਮਾਨ ਕਦੇ ਗਲਤ ਨਹੀਂ ਹੁੰਦਾ ਹੈ। ਕਹਿਣ ਲੱਗੇ ਕਿ ਵੱਡੇ ਵੱਡੇ ਨਰ ਜਗਤ ਵਿਚਰੀਐ, ਸੰਸਾਰ ਦੇ ਵਿੱਚ ਬਹੁਤ ਸਾਰੇ ਵਿਚਰ ਰਹੇ ਹਨ। ਮੈਂ ਰਤਨ ਹੈ ਸਭ ਵਿਚ ਕੈ, ਤੇ ਕਹਿਣ ਲੱਗੇ ਬਹੁਤ ਸਾਰਿਆਂ ਦੇ ਕੋਲ ਇਸ ਧਰਤੀ ਦੇ ਵਿੱਚ, ਬੜਿਆਂ ਦੇ ਕੋਲ ਇਹ ਰਤਨ ਹੈ, ਇਹ ਵਿਦਿਆ ਹੈ, ਇਹ ਗਿਆਨ ਹੈ। ਉਹਨਾਂ ਦੇ ਕੋਲ ਗਿਣਤੀ ਮਿਣਤੀ ਰੂਪੀ ਗਿਆਨ ਰੂਪੀ ਗੁਣ ਰੂਪੀ ਰਤਨ ਹੈ। ਤੇ ਬਹੁਤ ਸਾਰੇ ਪਖੰਡੀ ਵੀ ਸੰਸਾਰ ਦੇ ਵਿੱਚ ਹਨ, ਜਿਹੜੇ ਇਸ ਤਰ੍ਹਾਂ ਪਖੰਡ ਕਰਦੇ ਹਨ, ਪਰ ਕਈਆਂ ਦੇ ਕੋਲ ਸੱਚਾ ਗਿਆਨ ਉਸਤਾਦਾਂ ਦੇ ਚੰਡੇ ਹੋਏ ਪ੍ਰੇਰੇ ਹੋਏ ਵੀ ਹੁੰਦੇ ਹਨ। ਖੋਜੇ ਪਾਵੈ ਗੁਣੀ ਗਵਿਦ ਕੈ, ਤੇ ਕਹਿਣ ਲੱਗੇ ਜਿਹੜੇ ਖੋਜ ਕਰਦੇ ਹਨ ਤੇ ਉਹਨਾਂ ਦੀ ਦੱਸੀ ਹੋਈ ਮੁਤਾਬਕ ਜਿਹੜੀ ਚੀਜ਼ ਹੈ ਉਹ ਲੱਭ ਵੀ ਪੈਂਦੀ ਹੈ, ਤੇ ਜਿਨ੍ਹਾਂ ਦੇ ਕੋਲ ਵਿਵੇਕ ਗਿਆਨ ਹੁੰਦਾ, ਚੰਗਾ ਸਹੀ ਸ਼ੁੱਧ, ਜਿਨ੍ਹਾਂ ਦੇ ਕੋਲ ਵਿਦਿਆ ਪ੍ਰਾਪਤ ਜਿਨ੍ਹਾਂ ਨੇ ਕੀਤੀ ਹੈ। ਲਿਆਏ ਸੋ ਤੈਨੂੰ ਹਮ ਬਸ ਨਾਹੀਂ, ਤੇ ਬਾਬਾ ਵਿਧੀ ਚੰਦ ਜੀ ਨੇ ਬਚਨ ਕੀਤਾ, ਕਹਿਣ ਲੱਗੇ ਘੋੜਾ ਮੈਂ ਲਿਆ ਕੇ ਤਾਂ ਤੁਹਾਨੂੰ ਨਹੀਂ ਦੇ ਸਕਦਾ, ਕਿ ਕਹਿਣ ਲੱਗੇ ਕਿ ਲਿਆਏ ਸੋ ਦੇਨੋ ਹਮ ਬਸ ਨਾਹੀਂ, ਮੈਂ ਲਿਆ ਕੇ ਉਹ ਚੀਜ਼ ਤੁਹਾਡੇ ਸਾਹਮਣੇ ਖਿਲਾਰ ਤਾਂ ਨਹੀਂ ਸਕਦਾ, ਪਰ ਮੈਂ ਇਹ ਦੱਸ ਸਕਦਾ ਹਾਂ ਕਿ ਉਹ ਇਸ ਵੇਲੇ ਹੈ ਕਿੱਥੇ ਹੈ। ਜਿਸ ਕਲ ਮਾਹੇ, ਮੈਂ ਬਸ ਇੱਥੋਂ ਤੱਕ ਦੱਸ ਸਕਦਾ ਹਾਂ ਜਿੱਥੇ ਤੁਹਾਡਾ ਘੋੜਾ, ਜਿੱਥੇ ਤੁਹਾਡੀ ਕੋਈ ਸ਼ੈ ਇਸ ਵੇਲੇ ਪਈ ਹੈ ਜਾਂ ਘੋੜਾ ਖੜਾ ਹੈ। ਨਿਜ ਬਲ ਤੇ ਹਜਰਤ ਖਾਏ, ਤੇ ਕਹਿਣ ਲੱਗੇ ਕਿ ਹੁਣ ਦੱਸ ਮੈਂ ਦੇਵਾਂਗਾ, ਤੇ ਆਪਣੇ ਬਲ ਦੇ ਨਾਲ ਆਪਣੀ ਸ਼ਕਤੀ ਨਾਲ ਜਿਹੜਾ ਤੁਹਾਡਾ ਬਾਦਸ਼ਾਹ ਆਪੇ ਲੈ ਲਵੇਗਾ, ਲਿਓ ਆਪੇ ਲਵੇਗਾ। ਦੱਸ ਮੈਂ ਦੇਵਾਂਗਾ ਤੇ ਲੈ ਤੁਸੀਂ ਆਓਗੇ, ਕਾਰਜ ਰਾਸ ਹੋ ਜਾਏਗਾ। ਹਮਕੋ ਦੋਸ਼ ਨਹੀਂ ਗੁਣ ਦੇ, ਕਹਿਣ ਲੱਗੇ ਬਾਅਦ ਵਿੱਚ ਸਾਨੂੰ ਨਾ ਦੋਸ਼ ਦਿਓ, ਅਸੀਂ ਸਾਰਾ ਕੁਝ ਤੁਹਾਨੂੰ ਦੱਸ ਦੇਵਾਂਗੇ, ਮੈਂ ਚੰਗੀ ਤਰ੍ਹਾਂ ਸਹੀ ਸਹੀ ਦੱਸਾਂਗਾ। ਬਾਬਾ ਵਿਧੀ ਚੰਦ ਜੀ ਨੇ ਤਗੜਾ ਜਿਹੜਾ ਭਰੋਸਾ ਵਿਸ਼ਵਾਸ ਉਸ ਵੇਲੇ ਉਹ ਜਿਹੜਾ ਨੌਕਰ ਹੈ ਉਹਨੂੰ ਦਿੱਤਾ ਹੈ। ਤੇ ਇਹ ਸਾਰੀ ਗੱਲ ਸੁਣ ਕੇ ਕਈ ਪਖੰਡੀ ਤੇ ਕਈ ਲੋਕ ਹੋਰ ਵੀ ਸਨ, ਪਰ ਨੌਕਰ ਨੇ ਸੋਚਿਆ ਕਿ ਇਹ ਬੰਦਾ ਜਿੰਨਾ ਤਗੜਾ ਦਾਅਵਾ ਕਰ ਰਿਹਾ ਹੈ, ਗਰੰਟੀਆਂ ਦੇ ਰਿਹਾ ਹੈ, ਇਹਦੇ ਵਿੱਚ ਜ਼ਰੂਰ ਉਹ ਗੁਣ ਹੈ। ਤੇ ਕਹਿਣ ਲੱਗੇ ਕਿ ਹੁਣ ਸੁਣ ਕੇ ਸੇਵਕ ਨਿਸ਼ਚੈ ਜਾਣਿਓ, ਉਹ ਜਿਹੜਾ ਸੇਵਕ ਹੈ ਉਹਨੂੰ ਆਪ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੈ। ਤੇ ਇਹ ਸਾਰੀ ਗੱਲ ਜਿਹੜੀ ਹੈ ਉਸ ਵੇਲੇ ਜਿਹੜਾ ਕਿਲੇ ਦਾ ਦਰੋਗਾ ਹੈ ਉਹਨੂੰ ਜਾ ਕੇ ਸਾਰਾ ਕੁਝ ਇਹ ਬਿਆਨ ਕਰਕੇ ਦੱਸਿਆ ਹੈ। ਹੇ ਖਾਨ ਜੀ, ਹੇ ਸੁਣਦੇ ਖਾਨ ਜੀ, ਮੈਂ ਬਹੁਤ ਤਗੜਾ ਇੱਕ ਖੋਜੀ ਦੇਖ ਕੇ ਆਇਆ ਹਾਂ, ਜਿਹੜਾ ਬੜਾ ਚੰਗਾ ਤੇ ਭਲਾ ਹੈ, ਜਿਹਦੇ ਕੋਲ ਤਗੜਾ ਗਿਆਨ ਹੈ। ਤੇ ਜਿਹੜੀ ਚੀਜ਼ ਤੁਸੀਂ ਲੱਭਦੇ ਹੋ, ਬਾਦਸ਼ਾਹ ਜਿਸ ਚੀਜ਼ ਦੀ ਪਿਛਲੇ ਕਈ ਦਿਨਾਂ ਤੋਂ ਬਹੁਤ ਤਗੜੀ ਭਾਲ ਕਰ ਰਿਹਾ ਹੈ, ਉਹ ਉਸ ਖੋਜੀ ਦੇ ਰਾਹੀਂ ਸਾਨੂੰ ਮਿਲ ਸਕਦੀ ਹੈ। ਤੇ ਬਹੁਤ ਦੂਰ ਤੋਂ ਉਹ ਆਮ ਇੱਥੋਂ ਦਾ ਕੋਈ ਸਧਾਰਨ ਜਿਹਾ ਪੁਰਸ਼ ਨਹੀਂ ਹੈ, ਉਹਦੇ ਲਿਬਾਸ ਤੋਂ ਦਿਸਦਾ ਹੈ, ਉਹਦੇ ਪਹਿਰਾਵੇ ਤੋਂ ਦਿਸਦਾ ਹੈ ਕਿ ਚੰਗਾ ਤਗੜਾ ਗੁਣੀ ਗਿਆਨੀ ਹੈ, ਤੇ ਬਹੁਤ ਦੂਰ ਤੋਂ ਚੱਲ ਕੇ ਆਇਆ ਹੈ। ਵੈਸੇ ਵੀ ਆਪਣਾ ਹਿਸਾਬ ਕਿਤਾਬ ਹੈ ਹੀ ਇਹੋ ਜਿਹਾ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਆਪਣਾ ਕਿ ਕੋਈ ਦੂਰ ਤੋਂ ਆਇਆ ਹੋਵੇ ਤੇ ਆਪਣੇ ਮਨ ਦੇ ਵਿੱਚ ਵੈਸੇ ਵਿਸ਼ਵਾਸ ਆ ਜਾਂਦਾ ਹੈ ਕਿ ਭਾਈ ਇਹ ਬੰਦਾ ਬੜੀ ਦੂਰ ਤੋਂ ਆਇਆ ਹੈ। ਹੁਣ ਕਹਿਣ ਲੱਗਾ, ਨੌਕਰ ਜਾ ਕੇ ਸਮਝਾਉਂਦਾ, ਹੇ ਦਰੋਗਾ ਜੀ, ਉਹ ਕੋਈ ਆਪਣੇ ਸ਼ਹਿਰ ਦਾ ਕੋਈ ਸਧਾਰਨ ਜਿਹਾ ਬੰਦਾ ਨਹੀਂ ਹੈ, ਉਹ ਤਾਂ ਪੂਰਬਲੇ ਪਾਸਿਓਂ ਬਹੁਤ ਦੂਰ ਤੋਂ ਚੰਗੀ ਤਗੜੀ ਜਿਹੜੀ ਵਿਦਿਆ ਉਹ ਪ੍ਰਾਪਤ ਕਰਕੇ ਤੇ ਇੱਕ ਵੱਖਰਾ ਜਿਹਾ ਲਿਬਾਸ ਹੈ ਉਹ ਇੱਥੇ ਆਇਆ ਹੋਇਆ ਹੈ। ਤੇ ਕਹਿਣ ਲੱਗੇ ਕਿ ਭਾਈ ਗੁਣ ਖੋਜਨ ਕੋ ਅਦਕ ਬਤਾਵੈ, ਉਹਦੇ ਕੋਲ ਖੋਜ ਕਰਨ ਦੀ ਜਿਹੜੀ ਵਿਧੀ ਹੈ, ਢੰਗ ਹੈ, ਤਰੀਕਾ, ਗੁਣ ਬਹੁਤ ਵੱਡਾ ਹੈ, ਬਹੁਤ ਵੱਡੇ ਵੱਡੇ ਉਹ ਭੇਦ ਦੱਸ ਸਕਦਾ ਹੈ। ਤੇ ਉਹ ਇਹ ਵੀ ਕਹਿ ਰਿਹਾ ਹੈ
ਕਿ ਮੈਂ ਤਾਂ ਜਿਸ ਧਰਤੀ ਤੇ ਚੋਰੀ ਹੋਈ ਹੋਵੇ ਉਹਨੂੰ ਸੁੰਘ ਕੇ ਉੱਥੋਂ ਸੁਗੰਧੀ ਲੈ ਕਰਕੇ ਤੇ ਸਾਰਾ ਹਿਸਾਬ ਕਿਤਾਬ ਲਾ ਕੇ ਸਾਰਾ ਕੁਝ ਮੈਨੂੰ ਸਮਝ ਦੇ ਵਿੱਚ ਆ ਜਾਂਦਾ ਹੈ। ਜਹਾਂ ਕਰੋ ਹੈ ਥਾਨ ਜਨਾਉ। ਤੇ ਕਹਿਣ ਲੱਗੇ ਜਿਸ ਜਗ੍ਹਾ ਤੇ ਉਹ ਘੋੜਾ ਖੜਾ ਹੈ, ਜਿੱਥੋਂ ਚੋਰੀ ਹੋਇਆ ਜਿਸ ਜਗ੍ਹਾ ਤੇ, ਉਹ ਉਸ ਜਗ੍ਹਾ ਨੂੰ ਦੇਖੇਗਾ ਤੇ ਫਿਰ ਇੱਥੋਂ ਤੱਕ ਦੱਸ ਦੇਗਾ ਕਿ ਘੋੜਾ ਇਸ ਵੇਲੇ ਹੈ ਕਿੱਥੇ। ਇੰਨਾ ਤਗੜਾ ਉਹਦੇ ਕੋਲ ਗਿਆਨ ਹੈ। ਸੁਨਤ ਦਰੋਗਾ ਹਰਖਤ ਗਇਓ। ਤੇ ਇਹ ਗੱਲ ਸੁਣ ਕੇ ਜੇਲ੍ਹ ਦਾ ਜਿਹੜਾ ਦਰੋਗਾ ਹੈ ਬਹੁਤ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਹੈ, ਕਿਉਂਕਿ ਇਹ ਉਸ ਵੇਲੇ ਕਿਲੇ ਦਾ ਦਰੋਗਾ ਹੈ। ਇਹਦੀ ਦੇਖ ਰੇਖ ਦੇ ਵਿੱਚ ਘੋੜੇ ਵੱਜੇ ਹੋਏ ਸਨ ਜਿਹੜੇ ਚੋਰੀ ਹੋਏ ਹਨ। ਇਹਨੂੰ ਵੀ ਬਹੁਤ ਵੱਡਾ ਫਿਕਰ ਹੈ, ਬਾਦਸ਼ਾਹ ਦੇ ਘਰ ਦੇ ਵਿੱਚੋਂ ਕਿਤੇ ਮੈਨੂੰ ਨਾ ਕੋਈ ਸਜ਼ਾ ਮਿਲ ਜਾਵੇ। ਹੁਣ ਇਹ ਗੱਲ ਸੁਣ ਕੇ ਤੇ ਦਰੋਗਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਕਿ ਹੁਣ ਸੁਣਤ ਦਰੋਗਾ ਹਰਖਤ ਗਇਓ। ਬਹੁਤ ਪ੍ਰਸੰਨਤਾ ਦੇ ਨਾਲ ਇਸ ਤਰ੍ਹਾਂ ਬੋਲਿਆ ਹੈ। ਹਜ਼ਰਤ ਨਿਕਟ ਪਤਾਵਨ ਪਾਇਓ। ਤੇ ਗੱਲ ਸੁਣ ਕੇ ਤੇ ਫਿਰ ਕਾਲੀ ਦੇ ਨਾਲ ਸਿੱਧਾ ਹੀ ਬਾਦਸ਼ਾਹ ਦੇ ਕੋਲ ਗਿਆ। ਹਜ਼ਰਤ ਨਿਕਟ ਬਤਾਵਤ ਭਇਓ, ਫਿਰ ਸਾਰੀ ਗੱਲ ਖੋਲ ਕੇ ਬਾਦਸ਼ਾਹ ਨੂੰ ਦੱਸੀ ਹੈ। ਤੋਰਨ ਖੋਜੀ ਕੋ ਤੁਮ ਕਹਿਓ। ਕਹਿਣ ਲੱਗੇ ਹੇ ਬਾਦਸ਼ਾਹ, ਤੁਸੀਂ ਸਾਨੂੰ ਖੋਜੀ ਲੱਭਣ ਵਾਸਤੇ ਕਈ ਦਿਨਾਂ ਤੋਂ ਲਾਇਆ ਹੋਇਆ ਸੀਗਾ ਕਿ ਕੋਈ ਤਗੜਾ ਵਧੀਆ ਜਿਹੜਾ ਖੋਜੀ ਹੈ ਉਹ ਲੱਭ ਕੇ ਤੇ ਇੱਥੇ ਲੈ ਕੇ ਆਓ, ਆਪਾਂ ਤਗੜੇ ਇਨਾਮ ਦੇ ਕੇ ਤੇ ਆਪਣੀ ਜਿਹੜੀ ਚੀਜ਼ ਹੈ ਘੋੜਾ ਲੱਭਣਾ ਹੈ। ਤੇ ਕਹਿਣ ਲੱਗੇ ਹੇ ਬਾਦਸ਼ਾਹ, ਜਿਹੜੀ ਸਾਡੀ ਤੁਸੀਂ ਜ਼ਿੰਮੇਵਾਰੀ ਲਾਈ ਹੋਈ ਸੀਗੀ, ਇੱਕ ਅਚਾਨਕ ਹੀ ਅਬ ਲਹਿਓ। ਤੇ ਇੱਕ ਅਚਾਨਕ ਬਹੁਤ ਤਗੜਾ ਸਿਆਣਾ ਤੇ ਗੁਣੀ ਜਿਹੜਾ ਖੋਜੀ ਹੈ ਉਹ ਇੱਧਰ ਆਇਆ ਹੈ, ਸਾਨੂੰ ਪਤਾ ਲੱਗਿਆ ਹੈ। ਭਾਗਤ ਜਹਾਂ ਕਰੋ ਹੋਏ ਘੋੜਾ। ਤੇ ਉਹ ਜਿੱਥੇ ਘੋੜਾ ਖੜਾ ਹੋਏਗਾ, ਇਸ ਵੇਲੇ ਵੀ ਜਿੱਥੇ ਘੋੜਾ, ਉਸ ਖੋਜੀ ਦੀ ਦ੍ਰਿਸ਼ਟੀ ਗਿਆਨ ਇੰਨਾ ਤਗੜਾ ਹੈ ਉਹਨੂੰ ਇੱਥੇ ਹੀ ਪਤਾ ਲੱਗ ਜਾਏਗਾ। ਕਰੋ ਬਤਾਵਨ ਸੋ ਅਬ ਠੌਰਾ। ਭਾਈ ਹੁਣ ਕਰੋ ਬਤਾਵਨ ਸੋ ਅਬ ਠੌਰਾ। ਉਹ ਜਗ੍ਹਾ ਬਾਰੇ, ਉਸ ਥਾਂ ਬਾਰੇ ਤੇ ਕਿਸ ਤਰ੍ਹਾਂ ਘੋੜਾ ਉੱਥੇ ਪਹੁੰਚਿਆ ਹੈ ਉਹ ਦੱਸਣ ਦੀ ਯੋਗਤਾ ਰੱਖਦਾ ਹੈ। ਤੇ ਬਾਦਸ਼ਾਹ ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ, ਕਹਿਣ ਲੱਗੇ ਫਿਰ ਤਾਂ ਬਹੁਤ ਵਧੀਆ, ਚੰਗੀ ਗੱਲ ਹੈ ਕਿ ਇੰਨਾ ਤਗੜਾ ਜਿਹੜਾ ਗੁਣੀ ਤੇ ਸਹੀ ਬੰਦਾ ਸਾਨੂੰ ਖੋਜੀ ਮਿਲਿਆ ਹੈ। ਕਈ ਦਿਨਾਂ ਦੇ ਕਈ ਖੋਜੀ ਸੱਦੇ ਪਰ ਅਜੇ ਤੱਕ ਘੋੜੇ ਦਾ ਪਤਾ ਨਹੀਂ ਸੀ ਲੱਗਾ। ਤੇ ਕਹਿਣ ਲੱਗੇ ਉਹਨੂੰ ਤੁਰੰਤ ਸਾਡੇ ਕੋਲ ਬੁਲਾਵੋ ਜੀ। ਜਾਓ ਆਪ ਤੂੰ ਆਪਣੀ ਧਿਆਵੋ। ਕਹਿਣ ਲੱਗੇ ਹੇ ਦਰੋਗਾ ਸਾਹਿਬ, ਤੁਸੀਂ ਖੁਦ ਹੁਣੇ ਛੇਤੀ ਕਾਲੀ ਦੇ ਨਾਲ ਚੱਲ ਕੇ ਜਾਵੋ ਤੇ ਉਹਨੂੰ ਇੱਥੇ ਲੈ ਕੇ ਆਵੋ ਜੀ। ਮੇਰੇ ਸੰਗ ਦਾਸ ਦਰੋਗਾ ਗਇਓ। ਤੇ ਕੁਛ ਕੋ ਨੌਕਰ ਹੋਰ ਨਾਲ ਲੈ ਕੇ ਤੇ ਉਸ ਵੇਲੇ ਜਿਹੜਾ ਕਿਲੇ ਦਾ ਦਰੋਗਾ ਹੈ ਉਸ ਵੇਲੇ ਬਾਬਾ ਵਿਧੀ ਚੰਦ ਜੀ ਦੇ ਕੋਲ ਪਹੁੰਚਿਆ ਹੈ। ਧੀਰ ਸਮੇਤ ਬਿਲੋਕਤ ਪਇਓ। ਤੇ ਜਾ ਕੇ ਕੀ ਦੇਖਿਆ ਹੈ ਕਿ ਬਹੁਤ ਸਾਰੀ ਭੀੜ ਦੁਆਲੇ ਦੁਆਲੇ ਬਾਬਾ ਵਿਧੀ ਚੰਦ ਜੀ ਦੇ ਹੋਈ ਹੈ। ਖੋਜੀ ਬਣੇ ਹੋਏ ਹਨ, ਜੋਤਸ਼ੀ ਬਣੇ ਹੋਏ ਹਨ। ਤੇ ਕੋਈ ਕੁਛ ਪੁੱਛਦਾ ਹੈ ਬਾਬਾ ਵਿਧੀ ਚੰਦ ਜੀ ਦੇ ਕੋਲੋਂ ਤੇ ਕੋਈ ਕੁਛ ਪੁੱਛਦਾ ਹੈ, ਕੋਈ ਆਪਣੀ ਪੁੱਛਣਾ ਪੁਆ ਰਿਹਾ ਹੈ ਤੇ ਕੋਈ ਆਪਣਾ ਕੋਈ ਚੀਜ਼ ਗਵਾਚੀ ਹੋਈ ਲੱਭਣ ਬਾਰੇ ਕਹਿ ਰਿਹਾ ਹੈ। ਬਹੁਤ ਲੋਕ ਦਿਵਾਲੇ ਹੋਏ ਹਨ। ਦੇਸ਼ ਦੂਰ ਕੋ ਹਿੰਦੁਸਤਾਨੀ। ਤੇ ਇਸ ਜੋਤਸ਼ੀ ਦੇ ਭੇਸ ਤੋਂ ਹੀ ਲੱਗਦਾ ਹੈ ਇਹ ਭਾਰਤ ਦੇ ਕਿਸੇ ਦੂਰ ਇਲਾਕੇ ਦੇ ਵਿੱਚੋਂ, ਕਿਸੇ ਕੋਨੇ ਦੇ ਵਿੱਚੋਂ ਆਇਆ ਹੈ। ਨਿਕਟ ਹੋਏ ਕਰ ਖਾਨ ਬਖਾਨੀ। ਤੇ ਉਸ ਵੇਲੇ ਜਿਹੜਾ ਖਾਨ ਹੈ, ਦਰੋਗਾ ਹੈ, ਉਹਨੇ ਕੋਲ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ। ਚੱਲ ਖੋਜੀ ਤੁਝ ਸ਼ਾਹ ਬੁਲਾਵੇ। ਕਹਿਣ ਲੱਗੇ ਹੇ ਜੋਤਸ਼ੀ ਸਾਹਿਬ, ਹੇ ਖੋਜੀ ਜੀ, ਚਲੋ ਉੱਠੋ ਹੁਣ, ਕਿਉਂਕਿ ਤੁਹਾਨੂੰ ਇੱਥੋਂ ਦਾ ਜਿਹੜਾ ਬਾਦਸ਼ਾਹ ਹੈ ਹਜ਼ਰਤ ਸਾਹਿਬ ਨੇ ਤੁਹਾਨੂੰ ਸੱਦਿਆ ਹੈ। ਤੇ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਤਗੜਾ ਕੀਮਤੀ ਘੋੜਾ ਚੋਰੀ ਹੋਇਆ ਹੈ ਤੇ ਉਹਨੂੰ ਲੱਭਣ ਵਾਸਤੇ ਤੁਹਾਨੂੰ ਯਾਦ ਕੀਤਾ ਗਿਆ ਹੈ। ਤੇ ਇਸੇ ਉਡੀਕ ਦੇ ਵਿੱਚ ਬਾਬਾ ਵਿਧੀ ਚੰਦ ਜੀ ਬੈਠੇ ਹੋਏ ਹਨ ਤੇ ਬੜੇ ਖੁਸ਼ ਹੋਏ, ਕਹਿਣ ਲੱਗੇ ਗੁਰ ਕੋ ਸਿਮਰ ਹਰਖ ਉਰ ਖੜੇ ਹੋ। ਤੇ ਬਾਬਾ ਵਿਧੀ ਚੰਦ ਜੀ ਖੁਸ਼ ਹੋ ਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਕੇ
ਉੱਠ ਕੇ ਝਾਟੀ ਖੜੇ ਹੋਏ ਹਨ। ਸੰਗ ਦਰੋਗੇ ਅੰਤਰ ਭਰਿਓ ਤੇ ਦਰੋਗੇ ਦੇ ਨਾਲ ਫਿਰ ਕਿਲੇ ਦੇ ਵਿੱਚ ਅੰਦਰ ਪ੍ਰਵੇਸ਼ ਕੀਤਾ ਹੈ ਬਾਬਾ ਵਿਧੀ ਚੰਦ ਜੀ ਨੇ। ਭਇਓ ਕਚਹਿਰੀ ਮੈਂ ਹੋਏ ਠਾਂਡੋ ਤੇ ਜਿੱਥੇ ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਹੈ, ਦਰਬਾਰ ਲੱਗਿਆ ਹੋਇਆ, ਬਾਦਸ਼ਾਹ ਬੈਠਾ ਹੋਇਆ, ਬਾਬਾ ਵਿਧੀ ਚੰਦ ਜੀ ਉੱਥੇ ਜਾ ਕੇ ਹਾਜ਼ਰ ਹੋਏ ਹਨ। ਤਸਲੀ ਮਾਤ ਕਰੀ ਮਨ ਗੰਢ ਤੇ ਉਸ ਵੇਲੇ ਫਿਰ ਉੱਥੇ ਸਾਰੇ ਜਿਹੜੇ ਮੌਜੂਦ ਸਨ, ਅਨੇਕਾਂ ਲੋਕ ਬੈਠੇ ਹੋਏ ਸਨ। ਬਾਦਸ਼ਾਹ ਦੇ ਕੋਲ ਜਾ ਕਰਕੇ ਬਾਬਾ ਵਿਧੀ ਚੰਦ ਜੀ ਨੇ ਸਾਰਿਆਂ ਨੂੰ ਨਮਸਕਾਰ ਕੀਤੀ ਹੈ। ਗੁਰ ਮਾਇਆ ਸਭ ਕੀ ਮਤ ਮਾਰੀ ਤੇ ਬਾਬਾ ਵਿਧੀ ਚੰਦ ਜੀ ਨੇ ਇੰਨਾ ਵੱਖਰਾ ਸੁੰਦਰ ਲਿਬਾਸ ਧਾਰਨ ਕੀਤਾ ਜੋਤਸ਼ੀਆਂ ਵਾਲਾ ਕਿ ਕਿਸੇ ਨੂੰ ਵੀ ਕੋਈ ਪਤਾ ਨਹੀਂ ਲੱਗਿਆ ਹੈ। ਤੇ ਕਹਿਣ ਲੱਗੇ ਕਿ ਗੁਰੂ ਦੀ ਮਾਇਆ ਇਸ ਤਰ੍ਹਾਂ ਦੀ ਵਰਤੀ ਹੈ ਕਿ ਬਾਬਾ ਵਿਧੀ ਚੰਦ ਜੀ ਨੂੰ ਕੋਈ ਪਛਾਣ ਨਹੀਂ ਸਕਿਆ ਹੈ। ਤਬ ਕੋਇ ਨਾ ਕਰ ਸਕੈ ਚਿਨਾਰੀ ਤੇ ਪਹਿਲੇ ਭੇਦੀ ਲੋਕ ਜਿਹੜੇ ਬਾਬਾ ਵਿਧੀ ਚੰਦ ਜੀ ਨਾਲ ਪਹਿਲਾਂ ਵੀ ਰਹੇ, ਉਹਨਾਂ ਨੂੰ ਵੀ ਕਿਸੇ ਗੱਲ ਦਾ ਨਹੀਂ ਪਤਾ ਲੱਗਿਆ ਹੈ। ਸਭ ਮੈਂ ਬਹੁਤ ਦਿਨ ਰਹਿ ਕਰ ਆਛੇ ਤੇ ਬਾਬਾ ਵਿਧੀ ਚੰਦ ਜੀ ਇਹਨਾਂ ਸਾਰੇ ਪੁਰਸ਼ਾਂ ਦੇ ਵਿੱਚ ਪਹਿਲਾਂ ਇੱਕ ਘਾਈ ਦੇ ਭੇਸ ਦੇ ਵਿੱਚ ਆ ਕਰਕੇ ਤੇ ਲੰਮੇ ਦਿਨ ਰਹਿ ਕੇ ਗਏ ਸਨ। ਲੰਮਾ ਸਮਾਂ ਇਹਨਾਂ ਦੇ ਵਿੱਚ ਗੁਜ਼ਾਰਿਆ ਹੈ। ਸਭ ਮੈਂ ਬਹੁਤ ਦਿਨ ਰਹਿ ਕਰ ਆਛੋ, ਬੜੇ ਸੋਹਣੇ ਢੰਗ ਦੇ ਨਾਲ ਇਹਨਾਂ ਸਾਰਿਆਂ ਦੇ ਵਿੱਚ ਰਹੇ ਹਨ ਤੇ ਇਹਨਾਂ ਨੂੰ ਜਾਣਦੇ ਹਨ। ਪਰ ਉਦੋਂ ਬਾਬਾ ਵਿਧੀ ਚੰਦ ਜੀ ਇੱਕ ਘਾਈ ਦੇ ਰੂਪ ਦੇ ਵਿੱਚ ਆਏ ਸਨ ਤੇ ਉਦੋਂ ਵੀ ਨਹੀਂ ਸੀ ਦੱਸਿਆ ਮੈਂ ਸਿੱਖ ਹਾਂ। ਇੱਕ ਆਮ ਜਿਹਾ ਗਰੀਬ ਜਿਹਾ ਸਧਾਰਨ ਜਿਹਾ ਇੱਕ ਲਾਪਰਵਾਹ ਜਿਹਾ ਪੁਰਸ਼ ਬਣ ਕੇ ਆਏ ਸਨ। ਤੇ ਹੁਣ ਬਾਬਾ ਵਿਧੀ ਚੰਦ ਜੀ ਇੱਕ ਵੱਖਰਾ ਲਿਬਾਸ ਧਾਰਨ ਕਰਕੇ ਜੋਤਸ਼ੀ ਤੇ ਖੋਜੀ ਬਣ ਕੇ ਆਏ ਹਨ। ਕਹਿਣ ਲੱਗੇ ਸਾਰਿਆਂ ਦੇ ਵਿੱਚ ਰਹੇ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਹੈ। ਬੋਲਿਓ ਮਿਲਿਓ ਲਿਓ ਹੈ ਗਾਛੇ ਤੇ ਕਹਿਣ ਲੱਗੇ ਇਹਨਾਂ ਦੇ ਨਾਲ ਬੋਲੇ ਵੀ ਸੀਗੇ, ਇਹਨਾਂ ਸਾਰਿਆਂ ਨੂੰ ਮਿਲੇ ਵੀ ਸੀਗੇ। ਤੇ ਉਸ ਵੇਲੇ ਲਿਓ ਹੈ ਗਾਛੇ, ਫਿਰ ਘੋੜਾ ਲੈ ਕਰਕੇ ਬਾਬਾ ਵਿਧੀ ਚੰਦ ਜੀ ਘੋੜੇ ਦੀ ਇੱਕ ਜਿਹੜੀ ਦੀਵਾਰ ਹੈ, ਕੰਧ ਹੈ, ਉਹਨੂੰ ਟਪਾ ਕੇ ਤੇ ਰਾਤ ਵੇਲੇ ਦੌੜ ਗਏ ਸਨ ਇੱਕ ਘੋੜਾ ਲੈ ਕਰਕੇ। ਉਹੀ ਪੁਰਸ਼ ਆਇਆ ਹੈ, ਕਿਸੇ ਨੂੰ ਪਤਾ ਨਹੀਂ ਲੱਗਿਆ ਹੈ। ਤੂੰ ਨਾ ਜਾਣ ਸਕੈ ਮਤ ਮੰਦੇ ਤੇ ਬਾਬਾ ਵਿਧੀ ਚੰਦ ਜੀ ਲੰਮਾ ਸਮਾਂ ਉੱਥੇ ਇਹਨਾਂ ਦੇ ਸਾਹਮਣੇ ਖੜੇ ਰਹੇ ਹਨ। ਵੱਖਰੇ ਜੇ ਲਿਬਾਸ ਦੇ ਵਿੱਚ ਪੈਰਾਂ ਤੱਕ ਜਿਹੜਾ ਚੋਲਾ ਉਹ ਪਹਿਨਿਆ ਹੋਇਆ ਹੈ, ਉੱਪਰ ਦੇ ਦੋ ਪੋਸ਼ਾਕੇ ਹੋਰ ਪਹਿਨੇ ਹੋਏ ਹਨ। ਇੱਕ ਤਗੜੀ ਢਾਲ ਦੀ ਤਰ੍ਹਾਂ ਗੋਲ ਜਿਹੜੀ ਦਸਤਾਰ ਫੱਟੀਦਾਰ ਬਾਬਾ ਵਿਧੀ ਚੰਦ ਜੀ ਨੇ ਸਜਾਈ ਹੋਈ ਹੈ। ਤੇ ਕਹਿਣ ਲੱਗੇ ਫਿਰ ਕਿਸੇ ਨੂੰ ਵੀ ਕੋਈ ਇਹ ਗੱਲ ਦਾ ਪਤਾ ਨਹੀਂ ਲੱਗਿਆ ਹੈ। ਹਰੋ ਸਬਦ ਮੈਂ ਧੀਰ ਬਿਲੰਦੇ ਤੇ ਬੜੇ ਧੀਰਜ ਦੇ ਨਾਲ, ਪ੍ਰੇਮ ਦੇ ਨਾਲ ਸਾਰਿਆਂ ਦੇ ਵਿੱਚ ਬਾਬਾ ਵਿਧੀ ਚੰਦ ਜੀ ਖੜੇ ਰਹੇ ਹਨ। ਬੁਝਿਓ ਸ਼ਾਹ ਕਹਾਂ ਤੂੰ ਰਹਿ ਤੇ ਬਾਦਸ਼ਾਹ ਨੇ ਪੁੱਛਿਆ ਕਿ ਹੇ ਪੁਰਸ਼ਾ ਤੂੰ ਕਿੱਥੇ ਰਹਿੰਦਾ ਹੈ? ਕੌਣ ਦੇਸ਼ ਤੇਰੋ ਕਹਲ ਹੈ ਤੇ ਕਹਿਣ ਲੱਗੇ ਕਿ ਭਾਈ ਤੇਰਾ ਕਿਹੜਾ, ਕੌਣ ਦੇਸ਼ ਤੇਰੋ ਕਹੋਂ ਲਹੈ, ਤੇ ਕਿਹੜਾ ਤੇਰਾ ਦੇਸ਼ ਹੈ ਤੇ ਕਿਵੇਂ ਤੇਰਾ ਇੱਧਰ ਆਉਣਾ ਹੋਇਆ ਹੈ। ਬਾਦਸ਼ਾਹ ਉਸ ਵੇਲੇ ਇਸ ਜੋਤਸ਼ੀ ਬਾਬਾ ਵਿਧੀ ਚੰਦ ਜੀ ਕੋਲੋਂ ਪੁੱਛਦਾ ਹੈ ਤੇ ਕਿਹੜਾ ਗੁਣ ਹੈ ਤੇ ਕਿੰਨਾ ਕੋ ਤਗੜਾ ਤੁਹਾਡੇ ਕੋਲ ਗੁਣ ਹੈ, ਕੀ ਤਜਰਬਾ ਹੈ, ਤੇ ਕਿਵੇਂ ਚੱਲ ਆਇਓ ਇੱਧਰਲੇ ਪਾਸੇ, ਕਿਵੇਂ ਤੁਸੀਂ ਚੱਲ ਕੇ ਆਏ ਹੋ। ਤੇ ਦੁਨੀਆ ਦੇ ਵਿੱਚ ਕਿਹੜੇ ਨਾਮ ਦੇ ਨਾਲ ਤੁਸੀਂ ਪ੍ਰਸਿੱਧ ਹੋ, ਜਾਣੇ ਜਾਂਦੇ ਹੋ। ਤੇ ਬਾਬਾ ਵਿਧੀ ਚੰਦ ਜੀ ਨੇ ਫਿਰ ਬਾਦਸ਼ਾਹ ਦੀਆਂ ਗੱਲਾਂ ਸੁਣ ਕੇ ਤੇ ਬੜੀ ਸ਼ਾਂਤੀ ਦੇ ਨਾਲ ਜਵਾਬ ਦਿੱਤਾ ਹੈ। ਹੇ ਬਾਦਸ਼ਾਹ, ਅਜੇ ਮੈਂ ਇੱਥੇ ਆ ਕੇ ਕੋਈ ਪੱਕਾ ਟਿਕਾਣਾ ਨਹੀਂ ਹੈ ਤੇ ਜੰਗਲ ਦੇ ਇੱਕ ਪਾਸੇ ਮੈਂ ਉੱਥੇ ਕੁਝ ਦਿਨਾਂ ਤੋਂ ਆ ਕੇ ਰਹਿ ਰਿਹਾ ਹਾਂ। ਤੇ ਕਹਿਣ ਲੱਗੇ ਕਿ ਅੱਗੇ ਜੰਗਲ ਦੇਸ਼ ਹਮਾਰੋ ਐਨ, ਹੇ ਬਾਦਸ਼ਾਹ ਇੱਥੇ ਮੈਂ ਹੁਣ ਵਾਸਾ ਰੱਖਿਆ ਹੈ। ਤੇ ਮੈਨੂੰ ਤਾਂ ਇਲਾਕੇ ਦੇ ਵਿੱਚ ਸਾਰੇ ਉਧਰ ਵੀ ਖੋਜੀ ਹੀ ਆਖਦੇ ਹਨ ਲੋਕ, ਕਿਉਂਕਿ ਮੈਂ ਬਹੁਤ ਤਗੜੀ ਖੋਜ ਕੀਤੀ ਹੈ ਤੇ ਸਾਰੇ ਇਸ ਤਰ੍ਹਾਂ ਹੀ ਕਹਿ ਕੇ ਮੇਰਾ ਨਾਮ ਪ੍ਰਚਲਿਤ ਹੈ। ਤੇ ਕਹਿਣ ਲੱਗੇ ਕਿ ਹੁਣ ਆਪਣੇ ਗੁਣ ਵਿਸਾਲ ਤੇ ਲਹਿਓ
ਕਹਿਣ ਲੱਗੇ ਵੀ ਵਿਸ਼ਾਲ ਗੁਣ ਕਰਕੇ, ਵੱਡਾ ਗਿਆਨ ਹੋਣ ਕਰਕੇ ਸਾਰੇ ਇਸ ਤਰ੍ਹਾਂ ਹੀ ਮੈਨੂੰ ਪੁਕਾਰਦੇ ਹਨ। ਸਕਲ ਵਿਚਾਰੋ ਖੋਜ ਬਤਾਓ। ਤੇ ਮੈਂ ਇਹ ਹਿਸਾਬ ਕਿਤਾਬ ਲਾ ਕੇ ਸਮੇਂ ਦਾ ਸ਼ੁਭ ਮੁਹੂਰਤ ਸਮਾਂ ਜਦੋਂ ਹੁੰਦਾ ਹੈ ਤੇ ਉਸ ਵੇਲੇ ਸ਼ਕੁਨ ਵਿਚਾਰੋਂ ਖੋਜ ਬਤਾਵੋ, ਤੇ ਮੈਂ ਫਿਰ ਖੋਜ ਕਰਕੇ ਧਿਆਨ ਲਾ ਕੇ ਤੇ ਜਿਹੜੀ ਵੀ ਗੱਲ ਮੈਂ ਦੱਸ ਦਿੰਦਾ ਹਾਂ ਕਿਸੇ ਨੂੰ। ਜੇ ਕੋਈ ਪੁੱਛਣਾ ਪਾਉਂਦਾ ਹੈ ਮੇਰੇ ਕੋਲੋਂ ਤੇ ਜੋ ਵੀ ਮੈਂ ਇਹ ਬਾਦਸ਼ਾਹ ਦੱਸਦਾ ਹਾਂ। ਕਰਮ ਕਣਕ ਲੈ ਗੰਧ ਜਨਾਵਾ। ਤੇ ਮੇਰੇ ਕੋਲ ਬਹੁਤ ਤਗੜਾ ਗਿਣਤੀ ਮਿਣਤੀ ਜੋਤਿਸ਼ ਵਿਦਿਆ ਦੇ ਕਈ ਗ੍ਰੰਥ ਮੈਨੂੰ ਯਾਦ ਹਨ ਤੇ ਮੇਰੇ ਕੋਲ ਬਹੁਤ ਤਗੜਾ ਗਿਆਨ ਹੈ। ਤੇ ਕਹਿਣ ਲੱਗੇ ਲੈ ਗੰਧ ਜਨਾਵੋ, ਤੇ ਮੈਂ ਜਗ੍ਹਾ ਸੁੰਘ ਕੇ ਉਸ ਜਗ੍ਹਾ ਨੂੰ ਦੇਖ ਕੇ ਹੀ ਬਹੁਤ ਜ਼ਿਆਦਾ ਮੈਨੂੰ ਇਹ ਅੰਦਾਜ਼ਾ ਪਤਾ ਲੱਗ ਜਾਂਦਾ ਹੈ ਕਿ ਚੋਰੀ ਕਿਸ ਨੇ ਕੀਤੀ ਹੈ ਜਾਂ ਚੋਰੀ ਕੀਤੀ ਹੋਈ ਚੀਜ਼ ਕਿੱਥੇ ਹੋਵੇਗੀ। ਮੈਂ ਉਸ ਜਗ੍ਹਾ ਤੇ ਪਹੁੰਚ ਕੇ ਬਹੁਤ ਹਿਸਾਬ ਕਿਤਾਬ ਲਾ ਲੈਂਦਾ ਹਾਂ। ਇਸ ਕਾਰਨ ਆਗਮਨ ਹਮਾਰਾ। ਤੇ ਕਹਿਣ ਲੱਗੇ ਇਸ ਕਰਕੇ ਕਈਆਂ ਥਾਵਾਂ ਤੇ ਮੈਂ ਖੋਜ ਕੀਤੀ ਹੈ ਤੇ ਇਸੇ ਤਰ੍ਹਾਂ ਚੱਲਦਾ ਚੱਲਦਾ ਮੈਂ ਇੱਧਰ ਨੂੰ ਅਚਾਨਕ ਆਇਆ ਹਾਂ। ਕਰੈ ਸ਼ਰੀਕ ਪੈਰ ਕੋ ਭਾਰਾ। ਤੇ ਉਧਰਲੇ ਇਲਾਕੇ ਦੇ ਵਿੱਚ ਮੇਰੇ ਕੋਲ ਇੰਨਾ ਤਗੜਾ ਗਿਆਨ ਹੋਣ ਕਰਕੇ ਤੇ ਮੇਰੇ ਜਿਹੜੇ ਸ਼ਰੀਕ ਹੋਰ ਜੋਤਸ਼ੀ ਲੋਕ ਸਨ ਜਿਹੜੇ, ਉਹ ਮੇਰੇ ਨਾਲ ਬਹੁਤ ਤਗੜੀ ਦੁਸ਼ਮਣੀ ਕਰਦੇ ਹਨ। ਸੋ ਬਹੁਤੇ ਮੈਂ ਇਕਲ ਰਹਿਓ। ਉਹ ਜ਼ਿਆਦਾ ਜਾਣੇ ਸਨ ਤੇ ਮੈਂ ਇਕੱਲਾ ਸੀਗਾ, ਇਸ ਕਰਕੇ ਮੈਂ ਉਹ ਜਗ੍ਹਾ ਨੂੰ ਤਿਆਗ ਦਿੱਤਾ ਹੈ। ਤੇ ਬੜੋ ਕਸ਼ਟ ਨਿਤ ਰਹਿਓ। ਤੇ ਮੈਨੂੰ ਉਹਨਾਂ ਦੇ ਕੋਲੋਂ ਵੱਡਾ ਜਿਹੜਾ ਕਸ਼ਟ ਸੀਗਾ ਉਹ ਪ੍ਰਾਪਤ ਹੁੰਦਾ ਸੀਗਾ। ਤੇ ਫਿਰ ਮੈਂ ਉਹ ਇਲਾਕਾ ਛੱਡ ਕੇ ਤੇ ਇਸ ਲਾਹੌਰ ਵਾਲੇ ਪਾਸੇ ਕੁਝ ਸਮੇਂ ਤੋਂ ਆਇਆ ਹੋਇਆ ਹਾਂ। ਤੇ ਨਾਲੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਹੇ ਬਾਦਸ਼ਾਹ, ਤੇਰੇ ਕੋਲੋਂ ਨਿਆਮ ਮਿਲ ਜਾਏਗਾ। ਮੈਂ ਸ਼ਿਕਾਇਤ ਵੀ ਕਰਾਂਗਾ ਕਿ ਮੇਰੇ ਨਾਲ ਧੱਕਾ ਹੋਇਆ ਹੈ, ਮੇਰੇ ਨਾਲ ਕਈ ਲੋਕ ਧੱਕਾ ਕਰਦੇ ਹਨ। ਇਸ ਕਰਕੇ ਮੈਂ ਇੱਧਰ ਪਹੁੰਚਿਆ ਸੀਗਾ। ਤੇ ਕਹਿਣ ਲੱਗੇ ਕਿ ਹੇ ਬਾਦਸ਼ਾਹ, ਦੇਹੋਂ ਤਾਹੇ ਸੁਧ ਹੈ ਜੋ ਗਵਾਇਓ। ਮੈਨੂੰ ਪਤਾ ਲੱਗਾ ਕਿ ਤੁਹਾਡੇ ਦਰਬਾਰ ਦਾ ਸ਼ਾਹੀ ਜਿਹੜਾ ਘੋੜਾ ਹੈ ਉਹ ਗਵਾਚਿਆ ਹੈ। ਤੇ ਕਹਿਣ ਲੱਗੇ ਕਿ ਹੁਣ ਤਿੰਨ ਕੋ ਵੱਢੋ। ਕਹਿਣ ਲੱਗੇ ਦੇਹੋਂ ਤਾਹੇ ਸੁਧ ਹੈ ਜੋ ਗਵਾਇਓ। ਜਿਹੜਾ ਬਾਦਸ਼ਾਹ ਜੀ ਤੁਸੀਂ ਘੋੜਾ ਗਵਾ ਦਿੱਤਾ ਹੈ, ਮੈਂ ਸਹੀ ਜਿਹੜੀ ਸੁਧ ਹੈ ਜਾਣਕਾਰੀ ਉਹਦੀ ਤੁਹਾਨੂੰ ਦਵਾਂਗਾ। ਤੇ ਬਾਦਸ਼ਾਹ ਸੁਣ ਕੇ ਤੇ ਬੜਾ ਖੁਸ਼ ਹੋਇਆ ਕਿ ਇਹ ਚੰਗਾ ਜਿਹੜਾ ਪੁਰਸ਼ ਹੈ ਉਹ ਵੇਖਣ ਨੂੰ ਲੱਗਦਾ ਹੈ। ਤੇ ਬਾਦਸ਼ਾਹ ਨੂੰ ਵੀ ਲੱਗਿਆ ਹੈ ਕਿ ਇਹਦਾ ਜਿਹੜੀ ਗੱਲ ਹੋਏਗੀ ਉਹ ਹੁਣ ਜਿਹੜਾ ਕੀਮਤੀ ਘੋੜਾ ਮਿਲ ਪਏਗਾ। ਤੇ ਬਾਦਸ਼ਾਹ ਨੇ ਉਸ ਵੇਲੇ ਇੱਕ ਬਹੁਤ ਜਿਹੜੀ ਮਹਿੰਗੀ ਪੋਸ਼ਾਕ ਹੈ, ਬੜੀ ਕੀਮਤੀ ਪੋਸ਼ਾਕ ਤੇ ਇੱਕ ਸੋਹਣਾ ਜਿਹੜਾ ਲਿਬਾਸ ਹੈ, ਇਹ ਜਿਹੜਾ ਨਵਾਂ ਜੋਤਸ਼ੀ ਤਾਂ ਪਹਿਲਾਂ ਵੀ ਦਰਬਾਰ ਦੇ ਵਿੱਚ ਕਈ ਆਏ ਤੇ ਕਈ ਗਏ, ਪਰ ਇਹ ਜਿਹੜਾ ਜੋਤਸ਼ੀ ਬਾਦਸ਼ਾਹ ਨੂੰ ਬੜਾ ਚੰਗਾ ਲੱਗਿਆ ਹੈ ਤੇ ਇੱਕ ਸੁੰਦਰ ਕੀਮਤੀ ਜਿਹੜੀ ਪੋਸ਼ਾਕ ਹੈ ਬਾਦਸ਼ਾਹ ਨੇ ਦਿੱਤੀ ਹੈ। ਤੇ ਉਸ ਵੇਲੇ ਝਾਟੀ ਖੁਸ਼ ਹੋ ਕੇ ਕਿ ਇਹ ਲੱਗਦਾ ਹੈ ਕਿ ਖੋਜ ਕਰਕੇ ਦੇਗਾ। ਬਾਦਸ਼ਾਹ ਜੀ ਨੇ ਬਹੁਤਾ ਸਮਾਂ ਨਹੀਂ ਲਾਇਆ ਤੇ ਸੋਹਣੀ ਪੋਸ਼ਾਕ ਦਿੱਤੀ ਹੈ। ਤੇ ਨਾਲ ਇਹ ਵੀ ਕਿਹਾ ਹੈ, ਕਹਿਣ ਲੱਗੇ ਹੇ ਜੋਤਸ਼ੀ, ਬਹੁਤ ਵੱਡਾ ਜਿਹੜਾ ਧਨ ਹੈ, ਤਗੜੀ ਜਿਹੜੀ ਰਕਮ ਹੈ ਮੈਂ ਦਵਾਂਗਾ। ਤੇ ਪਰ ਸਾਨੂੰ ਦੱਸ ਦੇਵੋ ਖੋਜ ਕਰਕੇ ਹਿਸਾਬ ਕਿਤਾਬ ਲਾ ਕੇ ਆਪਣੀ ਵਿਦਿਆ ਦਾ ਕਿ ਸਾਡਾ ਗੁਆਚਿਆ ਜਿਹੜਾ ਘੋੜਾ ਹੈ ਉਹ ਕਿਸ ਜਗ੍ਹਾ ਤੇ ਹੋਏਗਾ। ਤੇ ਜਦੋਂ ਤੁਸੀਂ ਖੋਜ ਕਰਕੇ ਸਾਨੂੰ ਸਹੀ ਟਿਕਾਣਾ ਘੋੜੇ ਦਾ ਦੱਸ ਦਵੋਗੇ। ਤੇ ਕਹਿਣ ਲੱਗੇ ਲੱਖਨ ਲਾਗ ਗਿਣਤੀ ਧਨ ਪਾਵੇ। ਮੈਂ 100 ਦੇ ਵਿੱਚ ਜਾਂ 1000 ਦੇ ਵਿੱਚ ਇਨਾਮ ਨਹੀਂ ਦਵਾਂਗਾ, ਮੈਂ ਲੱਖਾਂ ਦੇ ਵਿੱਚ ਤੁਹਾਨੂੰ ਇਨਾਮ ਦੇ ਕੇ ਨਿਵਾਜਾਂਗਾ। ਮੇਰੀ ਇੱਜ਼ਤ ਦਾ ਸਵਾਲ ਹੈ। ਦੂਸਰੇ ਰਾਜੇ ਬਾਦਸ਼ਾਹ ਹੋਰ ਦੇਸ਼ਾਂ ਦੇ ਕੀ ਕਹਿਣਗੇ ਜੇ ਮੈਂ ਆਪਣੇ ਸ਼ਾਹੀ ਜਿਹੜਾ ਘੋੜਾ ਹੈ ਉਹ ਹੀ ਨਹੀਂ ਬਚਾ ਸਕਿਆ, ਉਹ ਹੀ ਨਾ ਜੇ ਲੱਭਾ ਤੇ ਇਹਦੇ ਵਿੱਚ ਬਹੁਤ ਵੱਡੀ ਮੇਰੀ ਨੀਚਤਾ, ਮੈਂ ਨੀਵਾਂ ਹੋ ਜਾਵਾਂਗਾ।
ਤੇ ਹੁਣ ਬਾਦਸ਼ਾਹ ਕਹਿਣ ਲੱਗਾ ਮੈਂ ਲੱਖਾਂ ਦੇ ਵਿੱਚ ਇਨਾਮ ਦੇਣ ਵਾਸਤੇ ਤਿਆਰ ਹਾਂ। ਸੁਨ ਵਿਧੀਏ ਕਰ ਸਕਰੀ ਨਾਰੀ। ਤੇ ਉਸ ਵੇਲੇ ਫਿਰ ਬਾਬਾ ਵਿਧੀ ਚੰਦ ਜੀ ਨੇ ਜਿਹੜੀ ਸੰਗਲੀ ਹੈ, ਇੱਕ ਹੱਥ ਦੇ ਵਿੱਚ ਛੜੀ ਤੇ ਇੱਕ ਸੰਗਲੀ ਪਕੜੀ ਹੋਈ ਹੈ, ਧਰਾ ਹੱਥ ਧਰ ਸਿਰ ਤ੍ਰੈ ਵਾਰੀ। ਤੇ ਉਹ ਸੰਗਲੀ ਪਕੜ ਕੇ ਤੇ 3 ਵਾਰੀ ਹੱਥ ਜਿਹੜਾ ਹੈ ਉਹ ਧਰਤੀ ਨੂੰ ਲਾਇਆ ਤੇ ਨਮਸਕਾਰ ਕੀਤੀ ਹੈ। ਨਮੋ ਕਰਤ ਸਭ ਕੋ ਦਿਖਰਾਏ। ਤੇ ਨਮਸਕਾਰ ਕਰਦਿਆਂ ਹੋਇਆਂ ਸਾਰਿਆਂ ਨੂੰ ਇੱਕ ਦਿਖਾਵਾ ਦਿਖਾ ਰਹੇ ਹਨ। ਇਸ ਤਰ੍ਹਾਂ ਸਤਿਗੁਰਾਂ ਨੂੰ ਵੀ ਬਾਬਾ ਵਿਧੀ ਚੰਦ ਜੀ ਯਾਦ ਕਰ ਰਹੇ ਹਨ, ਰਾਜੇ ਦੇ ਸਾਹਮਣੇ ਖੜ ਕੇ ਆਪਣਾ ਮੁਰਸ਼ਦ ਬਹੁਰ ਮਨਾਏ। ਤੇ ਆਪਣੇ ਮਨ ਦੇ ਵਿੱਚ ਵਾਰ-ਵਾਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਰਦੇ ਹਨ। ਸਤਿਗੁਰੂ ਜੀ ਆਪ ਤੁਸੀਂ ਹੁਣ ਮਿਹਰ ਕਰਿਓ, ਮੈਂ ਬੜੇ ਢੰਗ ਦੇ ਨਾਲ ਤਰੀਕੇ ਦੇ ਨਾਲ ਇੱਥੇ ਪਹੁੰਚਿਆ ਹਾਂ ਤੇ ਅਗਲਾ ਕਾਰਜ ਹੈ ਸਤਿਗੁਰੂ ਜੀ ਆਪ ਮਿਹਰ ਕਰਕੇ ਮੇਰੇ ਤੋਂ ਕਰਵਾ ਲਵੋ ਜੀ। ਸੰਗ ਹਗੁਸ਼ਟ ਅੰਗਰਨ ਪੌਰੀ। ਤੇ ਕਹਿਣ ਲੱਗੇ ਕਿ ਵਾਰ-ਵਾਰ ਬਾਬਾ ਵਿਧੀ ਚੰਦ ਜੀ ਇਸ ਤਰ੍ਹਾਂ ਥੱਲੇ ਹੱਥ ਲਾ ਰਹੇ ਸਨ ਤੇ ਨਾਲੇ ਨਾਲੇ ਫਿਰ ਉਸ ਵੇਲੇ ਆਪਣਾ ਜਿਹੜਾ ਅੰਗੂਠਾ ਹੈ ਉਹ ਵੱਖਰੇ ਵੱਖਰੇ ਪੋਟਿਆਂ ਤੇ ਰੱਖਦੇ ਸਨ, ਉਂਗਲਾਂ ਤੇ ਰੱਖਦੇ ਸਨ। ਇਸ ਤਰ੍ਹਾਂ ਦਿਖਾ ਰਹੇ ਸਨ ਜਿਸ ਤਰ੍ਹਾਂ ਕੋਈ ਗਿਣਤੀ ਮਿਣਤੀ ਤਗੜੀ ਕੋਈ ਕਰ ਰਿਹਾ ਹੋਵੇ, ਇੱਕ ਇੱਕ ਅੱਖਰ ਗਿਣ ਰਿਹਾ ਹੋਵੇ। ਇਸ ਤਰ੍ਹਾਂ ਦਾ ਕੋਈ ਵਿਦਿਆ ਦਾ ਪ੍ਰਗਟਾਵਾ ਦਿਖਾਵਾ ਬਾਬਾ ਵਿਧੀ ਚੰਦ ਜੀ ਕਰਦੇ ਹਨ। ਤੇ ਕਈ ਵਾਰ ਆਪਣੀਆਂ ਉਂਗਲਾਂ ਦੇ ਪੋਟਿਆਂ ਨੂੰ ਗਿਣਦੇ ਹਨ ਤੇ ਆਪਣੀ ਜ਼ੁਬਾਨ ਦੇ ਵਿੱਚ ਕਈ ਕੁਛ ਪੜ੍ਹ ਰਹੇ ਹਨ। ਇਸੇ ਤਰ੍ਹਾਂ ਵਾਰ-ਵਾਰ ਜਦੋਂ ਬਾਬਾ ਵਿਧੀ ਚੰਦ ਜੀ ਨੇ ਇਸ ਤਰ੍ਹਾਂ ਕੀਤਾ ਹੈ ਤੇ ਕਦੇ ਇੱਧਰ ਕਦੇ ਤਾਂ ਨੂੰ ਤੇ ਕਦੇ ਠਾਂ ਨੂੰ ਇੱਧਰ ਉੱਧਰ ਵਾਰ-ਵਾਰ ਦੇਖਦੇ ਹਨ। ਸਾਰੇ ਸਭਾ ਦੇ ਵਿੱਚ ਬੈਠੇ ਹੋਏ ਸਾਰੇ ਲੋਕ ਹੈਰਾਨ ਤੇ ਬਾਬਾ ਵਿਧੀ ਚੰਦ ਵੱਲ ਦੇਖ ਰਹੇ ਹਨ ਤੇ ਸਾਰੇ ਇੱਕ ਦੂਜੇ ਨੂੰ ਕਹਿ ਰਹੇ ਹਨ ਕਿ ਭਾਈ ਹੁਣ ਇਹ ਜਿਹੜਾ ਜੋਤਸ਼ੀ ਹੈ ਝਾਟੀ ਆਪਣੇ ਵਿਦਿਆ ਦੀ ਗਿਣਤੀ ਮਿਣਤੀ ਕਰਕੇ ਹਿਸਾਬ ਕਿਤਾਬ ਲਾ ਕੇ ਤੇ ਬਾਦਸ਼ਾਹ ਨੂੰ ਸਾਰਾ ਕੁਝ ਦੱਸ ਦਵੇਗਾ। ਤੇ ਕਈ ਵਾਰ ਬਾਬਾ ਵਿਧੀ ਚੰਦ ਜੀ ਨੇ ਗਿਣਤੀ ਮਿਣਤੀ ਕੀਤੀ ਹੈ ਤੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਲਿਆਏ ਹਨ। ਤੇ ਫਿਰ ਬਾਦਸ਼ਾਹ ਦੇ ਕੋਲ ਖੜੇ ਹੋਏ ਸਾਰੇ ਲੋਕ ਲਗਾਤਾਰ ਬਾਬਾ ਵਿਧੀ ਚੰਦ ਜੀ ਵਾਲੇ ਪਾਸੇ ਦੇਖ ਰਹੇ ਸਨ ਤੇ ਕਹਿਣ ਲੱਗੇ ਕਿ ਹੁਣ ਇਹ ਬਾਦਸ਼ਾਹ ਕਹਿਣ ਲੱਗਿਓ ਹਜ਼ਰਤ ਜਹ ਘੋੜਾ। ਹੁਣ ਬਾਬਾ ਵਿਧੀ ਚੰਦ ਬਾਦਸ਼ਾਹ ਨੂੰ ਕਹਿਣ ਲੱਗੇ ਘੋੜੇ ਦੇ ਸੰਬੰਧ ਵਿੱਚ ਇਸ ਤਰ੍ਹਾਂ ਕਹਿੰਦੇ ਹਨ, ਹੇ ਬਾਦਸ਼ਾਹ ਮੈਨੂੰ ਬਹੁਤ ਕੁਛ ਪਤਾ ਲੱਗ ਗਿਆ ਹੈ, ਬਹੁਤ ਕੁਛ ਮੈਂ ਘੋੜੇ ਬਾਰੇ ਜਾਣ ਗਿਆ ਹਾਂ ਤੇ ਪਰ ਕੁਝ ਹੋਰ ਮੈਨੂੰ ਜਾਣਨ ਵਾਸਤੇ ਉਸ ਜਗ੍ਹਾ ਤੇ ਪਹੁੰਚਣਾ ਪਏਗਾ ਜਿਸ ਜਗ੍ਹਾ ਤੋਂ ਪਹਿਲਾ ਜਿਹੜਾ ਘੋੜਾ ਹੈ, ਜਿੱਥੋਂ ਉਹ ਘੋੜਾ ਗਵਾਚਿਆ ਹੈ, ਮੈਨੂੰ ਉਹ ਜਗ੍ਹਾ ਜਾ ਕੇ ਦੇਖਣੀ ਪਏਗੀ ਤੇ ਇੱਕ ਵਾਰੀ ਮੈਨੂੰ ਉਹ ਜਿਹੜੀ ਜਗ੍ਹਾ ਹੈ ਉਹ ਦਿਖਾ ਦਿੱਤੀ ਜਾਵੇ ਤੇ ਬਾਅਦ ਵਿੱਚ ਮੈਂ ਚੰਗੀ ਤਰ੍ਹਾਂ ਸਾਰਾ ਹਿਸਾਬ ਕਿਤਾਬ ਲਾ ਕੇ ਇੱਕ ਇੱਕ ਚੀਜ਼ ਕਿ ਕਿਸ ਨੇ ਘੋੜਾ ਚਰਾਇਆ ਹੈ, ਕਿਹੜੇ ਰਸਤੇ ਦੇ ਰਾਹੀਂ ਘੋੜਾ ਗਿਆ ਹੈ ਤੇ ਇਸ ਵੇਲੇ ਕਿੱਥੇ ਹੈ, ਮੈਂ ਇੱਕ ਇੱਕ ਗੱਲ ਤੁਹਾਨੂੰ ਦੱਸ ਦੇਵਾਂਗਾ ਤੇ ਮੈਂ ਇੱਥੋਂ ਤੱਕ ਕਿ ਜਿਹੜਾ ਚੋਰ ਹੋਏਗਾ ਚੋਰ ਦਾ ਨਾਮ ਤੱਕ ਤੁਹਾਨੂੰ ਦੱਸ ਦੇਵਾਂਗਾ। ਇੰਨਾ ਤਗੜਾ ਮੇਰੇ ਕੋਲ ਗਿਆਨ ਹੈ ਤੇ ਜਿਸ ਤਰ੍ਹਾਂ ਘੋੜਾ ਨਿਕਸਿਆ ਹੈ, ਕੱਢਿਆ ਗਿਆ ਹੈ, ਚੋਰੀ ਹੋਇਆ ਹੈ, ਮੈਂ ਸਾਰੀ ਵਿਧੀ ਸਾਰਾ ਤਰੀਕਾ ਦੱਸਾਂਗਾ। ਤੇ ਕਹਿਣ ਲੱਗੇ ਇੰਨੀ ਵੱਡੀ ਸ਼ਕਤੀ ਮੇਰੇ ਅੰਦਰ ਹੈ ਜਾਂ ਮੈਨੂੰ ਮਾਣ ਹੈ ਆਪਣੀ ਵਿਦਿਆ ਦੇ ਉੱਪਰ ਤੇ ਕਹਿਣ ਲੱਗੇ ਕਿ ਭਾਈ ਹੁਣ ਇਹ ਤਾਂ ਮੈਂ ਦੱਸ ਦੇਵਾਂਗਾ ਕਿ ਘੋੜਾ ਇਸ ਵੇਲੇ ਹੈ ਕਿੱਥੇ ਬਾਦਸ਼ਾਹ, ਪਰ ਤਹਿ ਤੇ ਲੈਨੋ ਬਸੀ ਤੁਮਾਰੇ
ਅੱਗੋਂ ਫਿਰ ਤੁਹਾਡੇ ਹੱਥ ਵੱਸ ਕੇ ਤੁਸੀਂ ਉੱਥੋਂ ਘੋੜਾ ਲਿਆਉਣਾ ਹੈ ਕਿ ਨਹੀਂ ਲਿਆਉਣਾ। ਲਿਆਉਣ ਵਾਲਾ ਕੰਮ ਤੁਹਾਡਾ ਹੈ, ਪਰ ਦੱਸਣ ਵਾਲਾ ਮੇਰਾ ਹੈ। ਮੇਰੀ ਜ਼ਿੰਮੇਵਾਰੀ ਦੱਸਣ ਤੱਕ ਹੈ। ਬਲ ਕਰ ਲਰੋਗੇ ਲਿਓ ਸੁਕਾਰੇ। ਬਲ ਕਰਕੇ ਤੁਸੀਂ ਲੜੋਗੇ, ਘੋੜਾ ਲਿਆਓਗੇ ਜਾਂ ਛੱਡੋਗੇ, ਇਹ ਸਾਰਾ ਕੁਝ ਤੁਹਾਡੇ ਉੱਪਰ ਹੈ। ਸੁਨਤ ਸ਼ਾਹ ਮਨ ਮਾਨ ਅਚੰਪਾ। ਤੇ ਬਾਦਸ਼ਾਹ ਸਾਰਾ ਕੁਝ ਸੁਣ ਕੇ ਬੜਾ ਹੈਰਾਨ ਹੋਇਆ ਹੈ। ਗੁਰ ਮਾਇਆ ਕਰ ਲਖੈ ਰੰਬਾ। ਤੇ ਗੁਰੂ ਦੀ ਐਸੀ ਮਾਇਆ ਵਰਤੀ ਹੈ, ਇਹ ਬਾਬਾ ਬਿਧੀ ਚੰਦ ਜੀ ਨੂੰ ਕੋਈ ਪਛਾਣ ਨਹੀਂ ਸਕਿਆ ਹੈ। ਤਰੰਗ ਬਤਾਵੈ ਮੋਹੀ। ਤੇ ਬਾਦਸ਼ਾਹ ਨੇ ਆਖਿਆ, ਇਹ ਕਹਿਣ ਲੱਗੇ ਕਿ ਭਾਈ ਜੇਕਰ ਤੂੰ ਸਾਨੂੰ ਘੋੜਾ ਦੱਸ ਦਵੇਂਗਾ। ਮਨ ਸਬਦਾਰ ਕਰਉ ਟਿਗ ਤੋਹੀ। ਹੇ ਜੋਤਸ਼ੀ, ਮੈਂ ਤੈਨੂੰ ਆਪਣੇ ਦਰਬਾਰ ਦੇ ਵਿੱਚ, ਰਾਜ ਦੇ ਵਿੱਚ ਇੱਕ ਤਗੜਾ ਜਿਹੜਾ ਅਹੁਦਾ ਹੈ ਆਪਣਾ ਸਲਾਹਕਾਰ ਤੈਨੂੰ ਨਿਯੁਕਤ ਕਰ ਲਵਾਂਗਾ। ਜੇ ਕਿਤੇ ਮੈਨੂੰ ਇਹ ਮੇਰਾ ਕੰਮ ਕਰ ਦਵੇਂ, ਇਨਾਮ ਤਾਂ ਮਿਲਣਾ ਹੀ ਹੈ, ਇੱਕ ਤਗੜਾ ਅਹੁਦਾ ਦੇ ਕੇ ਵੀ ਨਿਵਾਜਾਂਗਾ। 4 ਲੱਖ ਤੋ ਗੁਣ ਕੋ ਦੇਉ। ਤੇ ਜੇ ਤੂੰ ਇੱਥੋਂ ਤੱਕ ਦੱਸ ਦਵੇਂ ਕਿ ਘੋੜਾ ਕਿੰਨੇ ਖੜਿਆ ਹੈ, ਨਾਮ ਦੱਸ ਦਵੇਂ ਕਿਹੜੇ ਰਸਤੇ ਤੇ ਇਸ ਵੇਲੇ ਕਿੱਥੇ ਹੈ। ਤੇ ਬਾਦਸ਼ਾਹ ਨੇ ਇੱਥੋਂ ਤੱਕ ਕਿਹਾ, ਕਹਿਣ ਲੱਗਾ ਮੈਂ ਐਲਾਨ ਕਰਦਾ ਹਾਂ 4 ਲੱਖ ਤਵ ਗੁਣ ਕੋ ਦਿਉ। ਮੈਂ ਤੇਰੇ ਇਸ ਗੁਣ ਦਾ ਸਤਿਕਾਰ ਕਰਦਿਆਂ ਹੋਇਆਂ 4 ਲੱਖ ਰੁਪਈਆ ਇਨਾਮ ਦੇ ਵਿੱਚ ਦਵਾਂਗਾ। ਤੇ ਜਿੰਨੇ ਸ਼ਰੀਕਾਂ ਨੇ ਤੈਨੂੰ ਤੰਗ ਕੀਤਾ ਹੈ, ਪਰੇਸ਼ਾਨ ਕੀਤਾ ਹੈ, ਇੱਕ ਜਗ੍ਹਾ ਤੋਂ ਕੱਢਿਆ ਹੈ, ਤੇ ਕਹਿਣ ਲੱਗੇ ਕਿ ਉਹ ਜਿਹੜੇ ਸ਼ਰੀਕ ਤੇਰੇ ਵੱਸ ਦੇ ਵਿੱਚ ਕਰ ਦਵਾਂਗਾ। ਬਸ ਇੱਕ ਵਾਰੀ ਜਿਹੜਾ ਮੇਰਾ ਘੋੜਾ ਹੈ ਉਹਦਾ ਟਿਕਾਣਾ ਦੱਸ ਦਵੋ ਜੀ। ਮੈਂ ਆਪਣੀ ਜਿਹੜੀ ਤਗੜੀ ਸ਼ਕਤੀ ਹੈ ਉਹ ਵਰਤ ਕੇ ਘੋੜਾ ਵਾਪਸ ਲੈ ਆਵਾਂਗਾ। ਬਾਦਸ਼ਾਹ ਨੂੰ ਕਹਿਣ ਲੱਗਾ ਬਾਬਾ ਬਿਧੀ ਚੰਦ, ਹੇ ਬਾਦਸ਼ਾਹ ਤੁਸੀਂ ਬਹੁਤ ਬਲਵਾਨ ਹੋ, ਪਰ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਮੇਰੇ ਨਾਲ, ਜਿਹੜਾ ਹੁਣ ਤੁਸੀਂ ਵਾਅਦਾ ਕਰ ਰਹੇ ਹੋ, ਇਹਨੂੰ ਕਾਗਜ਼ ਦੇ ਉੱਪਰ ਲਿਖ ਕੇ ਦਵੋ ਜੀ। ਤੇ ਸਾਰੀ ਜਿਹੜੀ ਕਚਹਿਰੀ ਹੈ ਇਹਦੇ ਨਾਲ ਸਹਿਮਤੀ ਪ੍ਰਗਟਾਵੇ, ਸਾਰੇ ਇਹਦੀ ਅਗਵਾਈ ਭਰਦਾ। ਤੇ ਤੁਹਾਡਾ ਜਿਹੜਾ ਘੋੜਾ ਵਿਛੜਿਆ ਹੋਇਆ ਹੈ ਉਹ ਮੈਂ ਤੁਹਾਨੂੰ ਲੱਭ ਕੇ ਦਵਾਂਗਾ। ਤੇ ਜਦੋਂ ਬਹੁਤ ਜਾਣੇ ਰਲ ਕੇ ਇਸ ਤਰ੍ਹਾਂ ਕਹਿੰਦੇ ਹਨ, ਤੇ ਫਿਰ ਮਾਲਕ ਵੀ ਮਿਹਰ ਕਰਦਾ ਹੈ, ਕਿਰਪਾ ਕਰਦਾ ਹੈ, ਪਰਮਾਤਮਾ ਵੀ ਸਹਾਈ ਹੁੰਦਾ ਹੈ। ਤੇ ਮੇਰੀ ਜਿਹੜੀ ਮੁਰਾਦ ਹੈ ਉਹ ਵੀ ਪੂਰੀ ਹੋ ਜਾਵੇਗੀ। ਇਹ ਬਾਦਸ਼ਾਹ ਜਿਹੜਾ ਫਿਰ ਮੇਰੀ ਜਿਹੜੀ ਵਿਦਿਆ ਹੈ ਉਹ ਦੁੱਗਣਾ ਕੰਮ ਕਰੇਗੀ। ਇਸ ਤਰ੍ਹਾਂ ਬਾਬਾ ਬਿਧੀ ਚੰਦ ਬਾਦਸ਼ਾਹ ਨੂੰ ਕਹਿ ਰਹੇ ਹਨ ਕਿ ਮੈਂ ਹੁਣ ਤੇਰੇ ਘੋੜੇ ਇੱਕ ਇੱਕ ਨਾਮ ਤੇ ਜਗ੍ਹਾ ਤੱਕ ਦੱਸਾਂਗਾ। ਤੇ ਇਸ ਵੇਲੇ ਫਿਰ ਬਾਬਾ ਬਿਧੀ ਚੰਦ ਜੀ ਨੇ ਖੁਦਾ ਨੂੰ ਇੱਕ ਅਰਜ਼ ਕੀਤੀ ਹੈ, ਬੇਨਤੀ ਕੀਤੀ ਹੈ। ਤੇ ਸਾਰੇ ਜਿਹੜੇ ਲੋਕ ਸਨ ਉਹ ਬਹੁਤ ਖੁਸ਼ ਪ੍ਰਸੰਨ ਹੋਏ ਹਨ। ਤੇ ਹੱਥ ਜੋੜ ਕੇ ਬਾਬਾ ਬਿਧੀ ਚੰਦ ਜੀ ਨੇ ਉਸ ਵੇਲੇ ਬੇਨਤੀ ਕੀਤੀ ਹੈ। ਤੇ ਬਾਦਸ਼ਾਹ ਦੇ ਕੋਲੋਂ ਲਿਖਵਾ ਲਿਆ ਹੈ ਕਿ ਤੈਨੂੰ ਇਹ ਜਿਹੜਾ ਭਾਰੀ ਇਨਾਮ ਹੈ ਉਹ ਦਵਾਂਗੇ, ਤੇ ਨਾਲ ਹੋਰ ਕਈਆਂ ਨੇ ਵੀ ਲਿਖ ਦਿੱਤਾ ਹੈ। ਤੇ ਕਹਿਣ ਲੱਗੇ ਕਿ ਹੁਣ ਬਾਬਾ ਬਿਧੀ ਚੰਦ ਜੀ ਚਾਹਤ ਮੂਡ ਆਏ ਪਸ ਪਾਹੂ, ਹੁਣ ਘੋੜਾ ਲੱਭਣ ਵਾਸਤੇ ਉਸ ਦਿਸ਼ਾ ਵਾਲੇ ਪਾਸੇ ਚੱਲੇ ਹਨ। ਤੇ ਬਾਦਸ਼ਾਹ ਕਹਿ ਰਿਹਾ ਹੈ ਕਿ ਹੇ ਜੋਤਸ਼ੀ, ਹੁਣ ਇਹ ਜਿਹੜਾ ਘੋੜਾ ਹੈ ਇਹ ਤੁਸੀਂ ਸਾਨੂੰ ਇਹਦੀ ਤੁਰੰਤ ਛੇਤੀ ਜਿਹੜੀ ਦੱਸ ਪਾਵੋ ਜੀ। ਤੇ ਜਿਸ ਤਰ੍ਹਾਂ ਤੁਸੀਂ ਆਖਿਆ ਹੈ ਅਸੀਂ ਉਹ ਸਾਰੀ ਗੱਲ ਤਕਰੀਬਨ ਮੰਨ ਲਈ ਹੈ। ਹੁਣ ਬਾਬਾ ਬਿਧੀ ਚੰਦ ਜੀ ਨੇ ਆਖਿਆ, ਕਹਿਣ ਲੱਗੇ ਕਿ ਭਾਈ ਚਲੋ ਹੁਣ ਆਪਾਂ ਉਸ ਜਗ੍ਹਾ ਤੇ ਚੱਲੀਏ ਜਿੱਥੋਂ ਘੋੜਾ ਗੁਆਚਿਆ ਹੈ।
ਤੇ ਜਿੱਥੋਂ ਪਹਿਲਾ ਜਿਹੜਾ ਚੋਰ ਹੈ, ਜਿਸ ਜਗ੍ਹਾ ਤੋਂ ਘੋੜਾ ਖੋਲ੍ਹ ਕੇ ਲੈ ਕੇ ਗਿਆ ਹੈ, ਜਿਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਉਹ ਆਇਆ ਸੀਗਾ ਘੋੜਾ ਉਸ ਵੇਲੇ ਕਿੱਥੇ ਸੀਗਾ, ਮੈਨੂੰ ਉਹ ਜਗ੍ਹਾ ਦਿਖਾਵੋ ਜੀ। ਤਹਾਂ ਸੰਗਰੀ ਡਾਰ ਨਿਹਾਰੋ, ਉੱਥੇ ਮੈਂ ਆਪਣੀ ਸੰਗਲੀ ਰੱਖ ਕੇ ਤੇ ਸਾਰਾ ਹਿਸਾਬ ਕਿਤਾਬ ਲਾਵਾਂਗਾ। ਕਮਲ ਕਣਕ ਅਰ ਸ਼ਕਨ ਵਿਚਾਰ, ਔਰ ਉੱਥੇ ਬੈਠ ਕੇ ਉਸ ਜਗ੍ਹਾ ਤੇ ਜਾ ਕੇ ਜਿਹੜੀ ਮੇਰੀ ਵਿਦਿਆ ਹੈ ਇਹਨੇ ਕੰਮ ਕਰਨਾ ਹੈ, ਸਾਰਾ ਹਿਸਾਬ ਕਿਤਾਬ ਲਾ ਕੇ ਉੱਥੇ ਮੈਂ ਅੰਤਰ ਧਿਆਨ ਹੋਵਾਂਗਾ। ਜੈ ਘੋਰਾ ਸੋ ਪੁਰੀ ਬਤਾਵਾਂ, ਤੇ ਜਿੱਥੇ ਘੋੜਾ ਹੈ ਉਹ ਨਗਰੀ ਮੈਂ ਤੁਹਾਨੂੰ ਹੁਣ ਦੱਸਾਂਗਾ। ਤਸਕਰ ਕੋਲੇ ਨਾਮ ਸੁਨਾਵਾਂ, ਤੇ ਮੈਂ ਹੁਣੇ ਤੁਹਾਨੂੰ ਉੱਥੇ ਪਹੁੰਚ ਕੇ ਚੋਰ ਦਾ ਨਾਮ ਵੀ ਦੱਸਾਂਗਾ। ਅੰਗੁਰ ਸਿੱਖ ਨਾ ਬੋਲੇ ਕੂਰ, ਅਸੀਂ ਜਿਹੜੇ ਮੁਰਸ਼ਿਦ ਦੇ ਚੇਲੇ ਹਾਂ, ਜਿਹਦੇ ਤੋਂ ਮੈਂ ਵਿਦਿਆ ਲਈ ਹੈ, ਜਿਹੜਾ ਮੇਰਾ ਗੁਰੂ ਹੈ, ਉਹਨੇ ਸਿਖਾਇਆ ਹੈ ਕਿ ਕਦੇ ਝੂਠ ਨਹੀਂ ਬੋਲਣਾ। ਤੇ ਹੇ ਬਾਦਸ਼ਾਹ, ਮੇਰੀ ਕਹੀ ਹੋਈ ਗੱਲ ਝੂਠੀ ਨਹੀਂ ਹੋਵੇਗੀ, ਮੈਂ ਸੱਚੀ ਗੱਲ ਦੱਸ ਕੇ ਜਾਵਾਂਗਾ। ਬਾਬਾ ਬਿਧੀ ਚੰਦ ਜੀ ਨੇ ਕਿਹਾ, ਹਮ ਗੁਰ ਸਿੱਖ ਨਾ ਬੋਲੇ ਕੂਰ। ਸਾਡਾ ਜਿਹੜਾ ਮੁਰਸ਼ਿਦ ਹੈ ਉਹਨੇ ਇਹ ਕਿਹਾ ਹੈ ਕਿ ਕਦੇ ਝੂਠ ਨਹੀਂ ਬੋਲਣਾ ਹੈ। ਬੋਰ ਕਚਹਿਰੀ ਸ਼ਾਹ ਹਜ਼ੂਰ, ਤੇ ਕਹਿਣ ਲੱਗੇ, ਹੇ ਬਾਦਸ਼ਾਹ, ਮੈਂ ਤੁਹਾਡੀ ਕਚਹਿਰੀ ਦੇ ਵਿੱਚ ਇਹ ਗੱਲ ਕਰਕੇ ਚੱਲਿਆ ਹਾਂ ਕਿ ਮੈਂ ਘੋੜਾ ਜ਼ਰੂਰ ਦੱਸਾਂਗਾ ਕਿ ਹੈ ਕਿੱਥੇ ਹੈ। ਸੁਨ ਕਰ ਸ਼ਾਹ ਤਹਾਂ ਕੋ ਚਾਲਾ, ਤੇ ਬਾਦਸ਼ਾਹ ਹੁਣ ਬਾਬਾ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਉੱਥੋਂ ਚੱਲਿਆ ਹੈ। ਜਿਸ ਫਲ ਖਰੋ ਤਰੰਗ ਵਿਸਾਲਾ, ਤੇ ਜਿੱਥੇ ਇੱਕ ਘੋੜਾ ਖੜਾ ਸੀਗਾ ਸਾਥੀ, ਤੇ ਜਿੱਥੋਂ ਜੋ ਦੂਸਰਾ ਘੋੜਾ ਚੋਰੀ ਹੋਇਆ ਹੈ। ਸੰਗ ਦਰੋਗਾ ਆਪਣੇ ਲੀਨ, ਤੇ ਨਾਲ ਹੀ ਬਾਦਸ਼ਾਹ ਨੇ ਜਿਹੜਾ ਕਿਲੇ ਦਾ ਦਰੋਗਾ ਹੈ ਉਸ ਨੂੰ ਲਿਆ ਹੈ। ਬਹੁਤ ਲੋਕ ਕੋ ਪਰਜਨ ਕੀਨ, ਤੇ ਜ਼ਿਆਦੇ ਜਿਹੜੇ ਲੋਕ ਸਨ ਉਹਨਾਂ ਨੂੰ ਵਰਜ ਦਿੱਤਾ ਹੈ ਕਿ ਕੇਵਲ ਗਿਣਤੀ ਦੇ ਲੋਕ ਹੀ ਉਧਰਲੇ ਪਾਸੇ ਆਉਣ ਜੀ। ਹੋਰਨ ਸਾਥ ਸ਼ਾਹ ਚਲ ਗਇਓ, ਤੇ ਥੋੜਿਆਂ ਜਿਹਾ ਪੁਰਸ਼ਾਂ ਦੇ ਨਾਲ ਜਿਹੜਾ ਬਾਦਸ਼ਾਹ ਹੈ ਉਹ ਚੱਲਿਆ ਹੈ। ਆਇਨ ਤਬੇਲੇ ਮੈਂ ਪ੍ਰਵਿਸ਼ਿਓ, ਤੇ ਉਸ ਤਬੇਲੇ ਦੇ ਵਿੱਚ, ਸ਼ਾਹੀ ਤਬੇਲੇ ਦੇ ਵਿੱਚ, ਕਿਲੇ ਦੇ ਵਿੱਚ ਪ੍ਰਵੇਸ਼ ਕੀਤੇ, ਜਿੱਥੇ ਇੱਕ ਗੁਲਬਾਗ ਘੋੜਾ ਬੱਧਾ ਹੋਇਆ ਹੈ ਤੇ ਦਿਲਬਾਗ ਘੋੜਾ ਜਿੱਥੋਂ ਚੋਰੀ ਹੋਇਆ ਹੈ। ਹੁਣ ਬਾਦਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਲੈ ਕਰਕੇ ਨਾਲ ਉਸ ਜਗ੍ਹਾ ਤੇ ਪਹੁੰਚਿਆ ਹੈ। ਤੇ ਜਦੋਂ ਬਾਬਾ ਬਿਧੀ ਚੰਦ ਜੀ ਦੂਜੇ ਘੋੜੇ ਦੇ ਕੋਲ ਪਹੁੰਚ ਜਾਂਦੇ ਹਨ, ਉੱਥੇ ਜਾ ਕੇ ਫਿਰ ਕਿਸ ਤਰੀਕੇ ਦੇ ਨਾਲ, ਕਿਸ ਵਿਧੀ ਦੇ ਨਾਲ ਬਾਬਾ ਬਿਧੀ ਚੰਦ ਜੀ ਘੋੜਾ ਕੱਢਣਗੇ, ਅਗਲੇਰੇ ਦੀਵਾਨਾਂ ਦੇ ਵਿੱਚ ਆਪਾਂ ਇਹ ਜਿਹੜਾ ਪ੍ਰਸੰਗ ਹੈ, ਇਤਿਹਾਸ ਸਰਵਣ ਕਰਾਂਗੇ। ਸਮਾਂ ਸਮਾਪਤ ਹੈ, ਪ੍ਰਸੰਗ ਦੀ ਵੀ ਇੱਥੇ ਸਮਾਪਤੀ ਹੋਈ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਭਾਵਨਾ ਸਹਿਤ ਤੁਸੀਂ ਹਾਜ਼ਰੀ ਭਰ ਰਹੇ ਹੋ। ਬਾਬਾ ਬਿਧੀ ਚੰਦ ਜੀ ਇਤਿਹਾਸ ਦੇ ਵਿੱਚ ਬੜੇ ਤੀਖਣ ਬੁੱਧੀ ਵਾਲੇ, ਬੜੇ ਤੇਜ਼ ਜਿਹੜੇ ਸਿੱਖ, ਜਿੱਥੇ ਤਗੜੇ ਜਰਨੈਲ ਸਨ, ਉੱਥੇ ਦਿਮਾਗੀ ਤੌਰ 'ਤੇ ਵੀ ਬੜੇ ਤੇਜ਼ ਸਨ। ਇਹਨਾਂ ਨੇ ਇਸ ਤਰ੍ਹਾਂ ਦੇ ਕਈ ਜਿਹੜੇ ਕਾਰਜ ਗੁਰੂ ਘਰ ਦੇ ਵਿੱਚ ਸਮੇਂ-ਸਮੇਂ ਦੇ ਨਾਲ ਕੀਤੇ ਹਨ। ਔਰ ਉਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਇੱਕ ਕਾਰਜ ਇਹ ਹੈ ਜਿਹੜਾ ਆਪਾਂ ਸਰਵਣ ਕਰ ਰਹੇ ਹਾਂ। ਆਓ ਅਖੀਰ ਦੇ ਵਿੱਚ ਆਪਾਂ ਕੁਝ ਕੁ ਸਮਾਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸਰਬੱਤ ਦੇ ਭਲੇ ਵਾਸਤੇ, ਜਗਤ ਜਲੰਦੇ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀਆਂ ਵਾਸਤੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਤੇ ਸਿਮਰਨ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।